Hello students. So this is third chapter named Bholi, written by K.A. Abbas. ਓਕੇ, ਜਿਹੜਾ ਰਾਈਟਰ ਹੈ ਪਹਿਲਾਂ ਥੋੜਾ ਜਿਹਾ ਉਹਨਾਂ ਦੇ ਬਾਰੇ ਚ ਦੇਖ ਲੈਂਦੇ ਆ। K.A. ਅब्बास ਜਿਹੜੇ ਨੇ, ਖਵਾਜਾ ਅਹਿਮਦ ਅब्बास, ਇਹ ਇੱਕ ਇੰਡੀਅਨ ਫਿਲਮ ਡਾਇਰੈਕਟਰ, ਨੋਵਲਿਸਟ, ਸਕਰੀਨ ਰਾਈਟਰ ਤੇ ਜਰਨਲਿਸਟ ਰਹਿ ਚੁੱਕੇ ਨੇ ਉਰਦੂ, ਹਿੰਦੀ ਤੇ ਇੰਗਲਿਸ਼ ਭਾਸ਼ਾ ਦੇ ਵਿੱਚ। ਤੇ ਇਹਨਾਂ ਦੇ ਜਿਹੜੀਆਂ ਇੰਪੋਰਟੈਂਟ ਫਿਲਮਸ ਨੇ ਜਿਵੇਂ ਸਾਥ ਹਿੰਦੁਸਤਾਨੀ ਤੇ ਦੋ ਬੂੰਦ ਪਾਣੀ, ਤੇ ਇਹਨਾਂ ਨੂੰ ਨੈਸ਼ਨਲ ਫਿਲਮ ਅਵਾਰਡ ਫॉर ਬੈਸਟ ਫੀਚਰ ਫਿਲਮ ਔਨ ਨੈਸ਼ਨਲ ਇੰਟੀਗ੍ਰੇਸ਼ਨ ਮਿਲਿਆ ਹੈ। ਤੇ ਇਹ ਜਿਹੜੀ ਆਪਣੀ ਸਟੋਰੀ ਹੈਗੀ ਹੈ ਭੋਲੀ, ਜਿਹਨੂੰ ਪੰਜਾਬੀ ਚ ਭੋਲੀ ਵੀ ਕਹਿ ਸਕਦੇ ਹਾਂ। ਇਹ ਇੱਕ ਡਿਸਕਾਰਡਡ ਤੇ ਅਨਕੇਅਰਡ ਚਾਈਲਡ, ਮਤਲਬ ਜਿਹਨੂੰ ਨਿਗਲੈਕਟ ਕੀਤਾ ਗਿਆ ਉਹਦੀ ਲਾਈਫ ਦੇ ਵਿੱਚ, ਕਿ ਜਿਹਦੀ ਜ਼ਿਆਦਾ ਪਰਵਾਹ ਨਹੀਂ ਕੀਤੀ ਗਈ, ਕੇਅਰ ਨਹੀਂ ਕੀਤੀ ਗਈ, ਉਹਦੀ ਇੱਕ ਸਟੋਰੀ ਹੈ। ਸ਼ੀ ਯੂਜ਼ ਟੂ ਸਟੈਮਰ ਕਰਨਾ ਮਤਲਬ ਰੁਕ ਰੁਕ ਕੇ ਬੋਲਣਾ, ਤੇ ਉਹ ਰੁਕ ਰੁਕ ਕੇ ਬੋਲਦੀ ਹੈ। ਸ਼ੀ ਵਾਜ਼ ਡਿਸਲਾਈਕਡ ਐਂਡ ਨਿਗਲੈਕਟਡ ਬਾਈ ਐਵਰੀਵਨ, ਉਹਨੂੰ ਕੋਈ ਪਸੰਦ ਨਹੀਂ ਕਰਦਾ ਸੀ ਤੇ ਸਾਰੇ ਉਹਨੂੰ ਇਗਨੋਰ ਕਰਦੇ ਸੀਗੇ। ਤੇ ਉਹਨੂੰ ਇੱਕ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ ਸੀ ਸ਼ੁਰੂ ਤੋਂ ਹੀ, ਕਿ ਸ਼ਾਇਦ ਮੇਰੇ 'ਚ ਕੁਛ ਬੁਰਾਈ ਆ, ਮੇਰੇ 'ਚ ਹੀ ਕੁਛ ਕਮੀ ਹੈ। ਐਂਡ ਸ਼ੀ ਵਾਜ਼ ਗਾਈਡਡ ਬਾਈ ਹਰ ਪ੍ਰਾਇਮਰੀ ਸਕੂਲ ਟੀਚਰ ਪ੍ਰੋਪਰਲੀ। ਫਿਰ ਜਦੋਂ ਉਹਨੂੰ ਸਕੂਲ ਪਾਇਆ ਗਿਆ ਤਾਂ ਉਹਦੀ ਜਿਹੜੀ ਪ੍ਰਾਇਮਰੀ ਸਕੂਲ ਟੀਚਰ ਸੀਗੀ, ਉਹਨੇ ਉਹਨੂੰ ਗਾਈਡ ਕੀਤਾ, ਉਹਨੂੰ ਐਜੂਕੇਸ਼ਨ ਦਿੱਤੀ, ਉਹਨੂੰ ਕਰੇਜ ਦਿੱਤਾ, ਕੈਪੇਬਿਲਿਟੀ ਦਿੱਤੀ, ਤਾਂ ਕਿ ਉਹ ਆਪਣੀਆਂ ਕਮਜ਼ੋਰੀਆਂ ਦੇ ਨਾਲ ਲੜ ਸਕੇ। ਫਿਰ ਐਟ ਦੀ ਐਂਡ ਉਹ ਜਦੋਂ ਉਹਦਾ ਵਿਆਹ ਬਿਸ਼ੰਬਰ ਨਾਥ ਦੇ ਨਾਲ ਕਰਨ ਲੱਗਦੇ ਨੇ ਉਹਦੇ ਪੇਰੈਂਟਸ, ਤਾਂ ਉਹ ਗਰੀਡੀ ਪਰਸਨ ਹੁੰਦਾ ਹੈ ਬਿਸ਼ੰਬਰ ਨਾਥ, ਤੇ ਉਹਦੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੰਦੀ ਹੈ। ਉਹਦੇ 'ਚ ਇੰਨਾ ਕਰੇਜ ਆ ਜਾਂਦਾ ਹੈ ਕਿ ਉਹ ਆਪਣੇ ਲਈ ਸਟੈਂਡ ਲੈ ਲੈਂਦੀ ਹੈ, ਤੇ ਉਹਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਇੰਡੀਪੈਂਡੈਂਟ ਕਰਨ 'ਚ ਉਹਦੀ ਹੈਲਪ ਕਰਦੀ ਹੈ। ਸੋ ਸਟਾਰਟ ਕਰਦੇ ਹਾਂ। Her name was Sulekha, but since her childhood, everyone had been calling her Bholi, the simpleton. ਉਹਦਾ ਨਾਮ ਸੁਲੇਖਾ ਆ, ਪਰ ਹਮੇਸ਼ਾ ਤਾਂ ਉਹਨੂੰ ਬਚਪਨ ਤੋਂ ਹੀ ਉਹਨੂੰ ਭੋਲੀ ਕਹਿ ਕੇ ਬੁਲਾਇਆ ਜਾਂਦਾ ਹੈ। ਭੋਲੀ ਮਤਲਬ ਸਿੰਪਲਟਨ, ਜਿਹਨੂੰ ਆਪਾਂ ਸਿੱਧਾ ਕਹਿ ਦਿੰਦੇ ਨਾ, ਕੋਈ ਬੰਦਾ ਸਿੱਧਾ ਹੈ, ਉਹਨੂੰ ਉਸ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ ਕਿ ਇਹ ਤਾਂ ਸਿੱਧੀ ਹੈ, ਇਹਨੂੰ ਕੁਛ ਨਹੀਂ ਪਤਾ ਹੈਗਾ। ਸ਼ੀ ਵਾਜ਼ ਦ ਫੋਰਥ ਡਾਟਰ ਆਫ ਨੰਬਰਦਾਰ ਰਾਮ ਲਾਲ, ਉਹ ਨੰਬਰਦਾਰ ਰਾਮ ਲਾਲ ਦੀ ਚੌਥੀ ਕੁੜੀ ਹੈ। ਸ਼ੀ ਵਾਜ਼ 10 months old. She had fallen off the cot on her head and perhaps it had damaged some part of her brain. ਕਹਿੰਦੇ ਜਦੋਂ ਉਹ 10 ਮਹੀਨਿਆਂ ਦੀ ਸੀ ਤਾਂ ਉਹ ਇੱਕ ਮੰਜੇ ਤੋਂ ਡਿੱਗ ਗਈ। ਕੌਟ ਹੁੰਦਾ ਹੈ ਇੱਕ ਮੰਜਾ, ਠੀਕ ਹੈ, ਉਹ ਮੰਜੇ ਤੋਂ ਡਿੱਗ ਗਈ ਤੇ ਉਹਦੇ ਸਿਰ 'ਚ ਇੱਕ ਸੱਟ ਲੱਗ ਗਈ, ਜਿਹਦੇ ਕਰਕੇ ਉਹਦੇ ਬ੍ਰੇਨ ਦਾ ਸ਼ਾਇਦ ਕੁਛ ਡੈਮੇਜ ਹੋ ਗਿਆ। That was why she remained a backward child and came to be known as Bholi the simpleton. ਇਸੇ ਕਰਕੇ ਉਹ ਹਮੇਸ਼ਾ ਪਿੱਛੇ ਪਿੱਛੇ ਰਹਿੰਦੀ ਸੀਗੀ, ਉਹਦਾ ਦਿਮਾਗ ਜ਼ਿਆਦਾ ਤੇਜ਼ ਨਹੀਂ ਸੀਗਾ ਬਾਕੀਆਂ ਵਾਂਗੂ, ਇਸ ਕਰਕੇ ਉਹਨੂੰ ਸਾਰੇ ਭੋਲੀ ਭੋਲੀ ਕਹਿਣ ਲੱਗ ਪਏ। ਐਟ ਬਰਥ ਦ ਚਾਈਲਡ ਵਾਜ਼ ਵੈਰੀ ਫੇਅਰ ਐਂਡ ਪ੍ਰੀਟੀ, ਜਦੋਂ ਉਹ ਪੈਦਾ ਹੋਈ ਸੀ ਤਾਂ ਉਹ ਬਹੁਤ ਸੋਹਣੀ ਸੀ ਤੇ ਬਹੁਤ ਗੋਰੀ ਚਿੱਟੀ ਸੀਗੀ। ਬਟ ਵੈਨ ਸ਼ੀ ਵਾਜ਼ 2 years old she had an attack of smallpox. ਜਦੋਂ ਉਹ 2 ਸਾਲਾਂ ਦੀ ਹੋਈ ਤਾਂ ਉਹਨੂੰ ਸਮੌਲ ਪੌਕਸ ਹੋ ਗਿਆ, ਜਿਹਨੂੰ ਆਪਾਂ ਮਾਤਾ ਨਿਕਲਣੀ ਕਹਿ ਦਿੰਦੇ ਆ। ਉਹਨੂੰ ਉਹ ਹੋ ਗਿਆ ਉਹਦੀ ਬੋਡੀ ਤੇ। ਓਨਲੀ ਦ ਆਈਜ਼ ਵਰ ਸੇਵਡ, ਸਿਰਫ ਉਹਦੀਆਂ ਅੱਖਾਂ ਨੂੰ ਛੱਡ ਕੇ ਬਾਕੀ ਸਾਰੀ ਬੋਡੀ ਤੇ ਉਹਦੇ ਛੋਟੇ ਛੋਟੇ ਦਾਣੇ ਹੋ ਗਏ। ਬਟ ਦ ਇੰਟਾਇਰ ਬੋਡੀ ਵਾਜ਼ ਪਰਮਾਨੈਂਟਲੀ ਡਿਸਫਿਗਰਡ ਬਾਈ ਡੀਪ ਬਲੈਕ ਪੌਕ ਮਾਰਕਸ। ਉਹਦੀ ਸਾਰੀ ਬੋਡੀ ਦੇ ਉੱਤੇ ਕਾਲੇ ਰੰਗ ਦੇ ਧੱਬੇ ਬਣ ਗਏ, ਕਾਲੇ ਰੰਗ ਦੇ ਮਾਰਕਸ ਪੈ ਗਏ। ਲਿਟਲ ਸੁਲੇਖਾ ਕੁਡ ਨਾਟ ਸਪੀਕ ਟਿਲ ਸ਼ੀ ਵਾਜ਼ 5, ਜਦੋਂ ਉਹ 5 ਸਾਲ ਦੀ ਸੀਗੀ ਉਦੋਂ ਤੱਕ ਉਹਨੂੰ ਬੋਲਣਾ ਨਹੀਂ ਆਇਆ ਸੀ। ਵੈਨ ਐਟ ਲੀਸਟ ਸ਼ੀ ਲਰਨ ਟੂ ਸਪੀਕ ਸ਼ੀ ਸਟੈਮਰਡ, ਤੇ ਜੇ ਉਹ ਬੋਲਣਾ ਸਿੱਖ ਹੀ ਗਈ ਤਾਂ ਉਹ ਰੁਕ ਰੁਕ ਕੇ ਬੋਲਦੀ ਸੀ, ਸਟੈਮਰ ਕਰਦੀ ਸੀ। ਦ ਅਦਰ ਚਿਲਡਰਨ ਆਫਨ ਮੇਡ ਫਨ ਆਫ ਹਰ ਐਂਡ ਮਿਮਿਕਡ ਹਰ, ਜਿਹੜੇ ਬਾਕੀ ਦੇ ਬੱਚੇ ਸੀ ਉਹ ਜ਼ਿਆਦਾਤਰ ਉਹਦਾ ਮਜ਼ਾਕ ਬਣਾਉਂਦੇ ਸੀ ਤੇ ਉਹਦੀ ਮਿਮਿਕਰੀ ਕਰਦੇ ਸੀ। ਮਿਮਿਕ ਕਰਨਾ ਮਤਲਬ ਕਾਪੀ ਕਰਨਾ, ਉਹਦੀ ਕਾਪੀ ਕਰਦੇ ਸੀਗੇ, ਉਹਦਾ ਮਜ਼ਾਕ ਉਡਾਉਂਦੇ ਸੀ। ਐਜ਼ ਅ ਰਿਜ਼ਲਟ ਸ਼ੀ ਟਾਕਡ ਵੈਰੀ ਲਿਟਲ, ਜਿਹਦੇ ਕਰਕੇ ਉਹ ਬੋਲਦੀ ਹੀ ਨਹੀਂ ਸੀ, ਉਹ ਬਹੁਤ ਥੋੜਾ ਬੋਲਦੀ ਸੀ। ਰਾਮਲਾਲ ਹੈਡ 7 ਚਿਲਡਰਨ, ਰਾਮਲਾਲ ਦੇ 7 ਬੱਚੇ ਸੀਗੇ। 3 sons and 4 daughters, 3 ਮੁੰਡੇ ਸੀਗੇ ਤੇ 4 ਕੁੜੀਆਂ। ਐਂਡ ਦ ਯੰਗੈਸਟ ਆਫ ਦੈਮ ਵਾਜ਼ ਭੋਲੀ, ਜਿਹੜੀ ਭੋਲੀ ਹੈ ਉਹ ਸਭ ਤੋਂ ਯੰਗ ਸੀ, ਮਤਲਬ ਸਭ ਤੋਂ ਛੋਟੀ ਸੀਗੀ ਉਹਦੇ 7 ਬੱਚਿਆਂ ਵਿੱਚੋਂ। ਇਟ ਵਾਜ਼ ਦ ਪ੍ਰੋਸਪਰਸ ਫਾਰਮਰਸ ਹਾਊਸਹੋਲਡ ਐਂਡ ਦੇਰ ਵਰ ਪਲੈਂਟੀ ਟੂ ਈਟ ਐਂਡ ਡਰਿੰਕ। ਜਿਹੜਾ ਉਹਦਾ ਫਾਦਰ ਹੈ ਰਾਮ ਲਾਲ, ਉਹ ਇੱਕ ਫਾਰਮਰ ਹੈ ਤੇ ਉਹ ਬਹੁਤ ਪ੍ਰੋਸਪਰਸ ਹੈ। ਪ੍ਰੋਸਪਰਸ ਮਤਲਬ ਕਿ ਰਿਚ ਹੈ, ਉਹਦੇ ਕੋਲ ਵਾਧੂ ਪੈਸਾ ਹੈ ਤੇ ਉਹ ਪਲੈਂਟੀ ਟੂ ਈਟ ਐਂਡ ਡਰਿੰਕ ਮਤਲਬ ਉਹ ਆਪਣੀ ਫੈਮਿਲੀ ਨੂੰ ਵਾਧੂ ਖਾਣ ਪੀਣਾ ਉਹਨਾਂ ਦੇ ਘਰ ਖੁੱਲ੍ਹਾ ਹੈ। ਆਲ ਦ ਚਿਲਡਰਨ ਐਕਸੈਪਟ ਭੋਲੀ ਵਰ ਹੈਲਦੀ ਐਂਡ ਸਟਰੋਂਗ, ਭੋਲੀ ਨੂੰ ਛੱਡ ਕੇ ਬਾਕੀ ਸਾਰੇ ਬੱਚੇ ਹੀ ਬਹੁਤ ਹੈਲਦੀ ਤੇ ਸਟਰੋਂਗ ਸੀਗੇ। ਦ ਸਨਸ ਹੈਡ ਬੀਨ
sent to the city to study in schools and later in colleges। ਜਿਹੜੇ ਉਹਦੇ ਮੁੰਡੇ ਨੇ ਉਹ ਪਹਿਲਾਂ ਸ਼ਹਿਰ ਵਿੱਚ ਪੜ੍ਹਦੇ ਸੀਗੇ ਸਕੂਲਾਂ 'ਚ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਾਲਜਾਂ 'ਚ ਭੇਜਿਆ ਗਿਆ। ਆਫ ਦ ਡਾਟਰਸ ਰਾਧਾ ਦ ਐਲਡੈਸਟ ਹੈਡ ਆਲਰੇਡੀ ਬੀਨ ਮੈਰਿਡ। ਜਿਹੜੀਆਂ ਉਹਦੀਆਂ ਕੁੜੀਆਂ ਨੇ ਸਭ ਤੋਂ ਵੱਡੀ ਉਹਨਾਂ 'ਚੋਂ ਰਾਧਾ ਹੈ ਤੇ ਉਹਦਾ ਵਿਆਹ ਹੋ ਚੁੱਕਿਆ ਹੈ। ਦ ਸੈਕਿੰਡ ਡਾਟਰ ਮੰਗਲਾਸ ਮੈਰਿਜ ਹੈਡ ਆਲਸੋ ਬੀਨ ਸੈਟਲਡ। ਜਿਹੜੀ ਉਹਦੀ ਦੂਸਰੀ ਕੁੜੀ ਹੈ ਮੰਗਲਾ, ਉਹਦਾ ਵੀ ਵਿਆਹ ਤੈਅ ਹੋ ਚੁੱਕਿਆ ਹੈ। ਐਂਡ ਵੈਨ ਦੈਟ ਵਾਜ਼ ਡਨ ਰਾਮ ਲਾਲ ਵੁੱਡ ਥਿੰਕ ਆਫ ਥਰਡ ਚੰਪਾ। ਤੇ ਜਦੋਂ ਉਹਦੀ ਦੂਜੀ ਬੇਟੀ ਮੰਗਲਾ ਦਾ ਵਿਆਹ ਹੋ ਗਿਆ ਤਾਂ ਉਹ ਆਪਣੀ ਤੀਜੀ ਬੇਟੀ ਜਿਹੜੀ ਉਹਦੀ ਹੈਗੀ ਹੈ ਚੰਪਾ, ਉਹਦੇ ਵਿਆਹ ਬਾਰੇ ਸੋਚੇਗਾ। They were good looking healthy girls and it was not difficult to find bridegrooms for them। ਇਹ ਤਿੰਨੇ ਕੁੜੀਆਂ ਜਿਹੜੀਆਂ ਨੇ ਉਹਦੀਆਂ ਉਹ ਸੋਹਣੀਆਂ ਨੇ ਤੇ ਹੈਲਦੀ ਨੇ, ਇਸ ਕਰਕੇ ਉਹਨਾਂ ਲਈ ਲੜਕਾ ਲੱਭਣਾ ਕੋਈ ਡਿਫਿਕਲਟ ਨਹੀਂ ਹੈ, ਕੋਈ ਔਖਾ ਨਹੀਂ ਹੈ ਉਹਨਾਂ ਦੇ ਫਾਦਰ ਲਈ। ਬਟ ਰਾਮ ਲਾਲ ਵਾਜ਼ ਵਰੀਡ ਅਬਾਊਟ ਭੋਲੀ। ਜਿਹੜਾ ਰਾਮ ਲਾਲ ਹੈ ਉਹਨੂੰ ਆਪਣੀ ਕੁੜੀ ਭੋਲੀ ਦੀ ਬਹੁਤ ਫਿਕਰ ਰਹਿੰਦੀ ਹੈ। ਸ਼ੀ ਹੈਡ ਨੀਦਰ ਗੁੱਡ ਲੁੱਕਸ ਔਰ ਨੋਰ ਇੰਟੈਲੀਜੈਂਸ। ਉਹ ਨਾ ਹੀ ਸੋਹਣੀ ਹੈ ਤੇ ਨਾ ਹੀ ਉਹ ਚਲਾਕ ਚੁਸਤ ਹੈ। ਭੋਲੀ ਵਾਜ਼ 7 years old when ਮੰਗਲਾ ਵਾਜ਼ ਮੈਰਿਡ। ਭੋਲੀ ਜਦੋਂ 7 ਸਾਲ ਦੀ ਹੋਈ ਤਾਂ ਉਹਦੀ ਜਿਹੜੀ ਸੈਕਿੰਡ ਬੇਟੀ ਹੈ ਉਹਦੇ ਫਾਦਰ ਦੀ ਮੰਗਲਾ, ਉਹਦਾ ਵਿਆਹ ਹੋ ਗਿਆ। ਦ ਸੇਮ ਈਅਰ ਅ ਪ੍ਰਾਇਮਰੀ ਸਕੂਲ ਫॉर ਗਰਲਸ ਵਾਜ਼ ਓਪਨਡ ਇਨ देयर ਵਿਲੇਜ। ਉਸੇ ਹੀ ਸਾਲ ਉਹਨਾਂ ਦੇ ਪਿੰਡ 'ਚ ਇੱਕ ਪ੍ਰਾਇਮਰੀ ਸਕੂਲ ਖੁੱਲ੍ਹਿਆ। ਦ ਤਹਿਸੀਲਦਾਰ ਸਾਹਿਬ ਕੇਮ ਟੂ ਪਰਫਾਰਮ ਇਟਸ ਓਪਨਿੰਗ ਸੈਰੇਮਨੀ। ਜਿਹੜੇ ਉੱਥੋਂ ਦੇ ਤਹਿਸੀਲਦਾਰ ਸੀਗੇ ਉਹ ਉੱਥੇ ਆਏ ਉਹਦਾ ਉਦਘਾਟਨ ਕਰਨ ਲਈ। He said to Ramlal, as a revenue official, you are the representative of the government and the village, and so you must set an example to the villagers। ਜਿਹੜਾ ਰਾਮ ਲਾਲ ਹੈ ਉਹ ਪਿੰਡ ਦੇ ਵਿੱਚ ਇੱਕ ਤਰ੍ਹਾਂ ਨਾਲ ਜ਼ਗੀਰਦਾਰ ਹੈ, ਠੀਕ ਹੈ। ਸੋ ਤਹਿਸੀਲਦਾਰ ਕਹਿੰਦਾ ਹੈ ਕਿ ਤੂੰ ਇਸ ਪਿੰਡ ਦੇ ਵਿੱਚ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ ਹੈ, ਇਸ ਕਰਕੇ ਤੂੰ ਆਪਣੀਆਂ ਕੁੜੀਆਂ ਨੂੰ ਵਿਲੇਜ ਦੇ ਸਕੂਲ 'ਚ ਭੇਜ ਤਾਂ ਕਿ ਲੋਕਾਂ ਨੂੰ ਇਹਦੇ ਤੋਂ ਕੋਈ ਸਿੱਖ ਮਿਲੇ। ਯੂ ਮਸਟ ਸੈਂਡ ਯੋਰ ਡਾਟਰਸ ਟੂ ਸਕੂਲ। ਤੈਨੂੰ ਆਪਣੀਆਂ ਕੁੜੀਆਂ ਨੂੰ ਸਕੂਲ ਭੇਜਣਾ ਚਾਹੀਦਾ ਹੈ। ਦ ਨਾਈਟ ਵੈਨ ਰਾਮ ਲਾਲ ਕੰਸਲਟਡ ਹਿਜ਼ ਵਾਈਫ ਸ਼ੀ ਕ੍ਰਾਈਡ, ਆਰ ਯੂ ਕ੍ਰੇਜ਼ੀ? ਇਫ ਗਰਲਸ ਗੋ ਟੂ ਸਕੂਲ ਹੂ ਵਿਲ ਮੈਰੀ ਦੈਮ। ਜਦੋਂ ਰਾਮ ਲਾਲ ਆਪਣੀ ਵਾਈਫ ਦੇ ਨਾਲ ਇਸ ਚੀਜ਼ ਦੇ ਬਾਰੇ 'ਚ ਗੱਲ ਕਰਦਾ ਹੈ ਕਿ ਕੁੜੀਆਂ ਨੂੰ ਸਕੂਲ ਭੇਜਣਾ ਹੈ ਤਾਂ ਉਹ ਚਿੱਲਾ ਕੇ ਕਹਿੰਦੀ ਹੈ ਕਿ ਤੂੰ ਪਾਗਲ ਹੋ ਗਿਆ, ਜੇ ਕੁੜੀਆਂ ਨੂੰ ਸਕੂਲ ਭੇਜਿਆ ਤਾਂ ਉਹਨਾਂ ਨਾਲ ਵਿਆਹ ਕੌਣ ਕਰਾਏਗਾ। ਬਟ ਰਾਮ ਲਾਲ ਹੈਡ ਨੋਟ ਦ ਕਰੇਜ ਟੂ ਡਿਸਓਬੇ ਦ ਤਹਿਸੀਲਦਾਰ। ਪਰ ਰਾਮ ਲਾਲ ਦੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਤਹਿਸੀਲਦਾਰ ਦੀ ਗੱਲ ਟਾਲੇ ਜਾਂ ਤਹਿਸੀਲਦਾਰ ਦੀ ਗੱਲ ਮੋੜੇ। At last his wife said, I will tell you what to do. Send Bholi to school. As it is, there is little chance of her getting married with her ugly face and lack of sense. Let the teachers at school worry about her। ਜਿਹੜੀ ਰਾਮ ਲਾਲ ਦੀ ਵਾਈਫ ਹੈ ਉਹ ਕਹਿੰਦੀ ਆਪਣੇ ਹਸਬੈਂਡ ਨੂੰ ਕਿ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਹੈ, ਆਪਾਂ ਇਦਾਂ ਕਰਦੇ ਹਾਂ, ਆਪਾਂ ਭੋਲੀ ਨੂੰ ਸਕੂਲ ਭੇਜ ਦਿੰਦੇ ਹਾਂ। ਕਿਉਂਕਿ ਪਹਿਲਾਂ ਹੀ ਉਹਦੇ ਵਿਆਹ ਹੋਣ ਦੇ ਕੋਈ ਚਾਂਸ ਨਹੀਂ ਹੈਗੇ ਤੇ ਉਹ ਪਹਿਲਾਂ ਹੀ ਬੜੀ ਅਗਲੀ ਹੈ, ਬਦਸੂਰਤ ਦਿਖਦੀ ਹੈ ਤੇ ਉਹਨੂੰ ਕੋਈ ਸੈਂਸ ਵੀ ਨਹੀਂ ਹੈਗੀ, ਉਹਨੂੰ ਕੁਝ ਸੋਚਣ ਸਮਝਦੀ ਵੀ ਕੁਝ ਪਤਾ ਨਹੀਂ ਲੱਗਦਾ। ਇਸ ਲਈ ਜਿਹੜੇ ਸਕੂਲ 'ਚ ਟੀਚਰ ਨੇ ਆਪਾਂ ਉਹਨਾਂ ਨੂੰ ਸੌਂਪ ਦਿੰਦੇ ਹਾਂ ਤਾਂ ਕਿ ਉਹ ਆਪੇ ਉਹਦੀ ਪਰਵਾਹ ਕਰਨਗੇ, ਉਹ ਉਹਨੂੰ ਸਿਖਾਉਣਗੇ। The next day Ramlal caught Bholi by the hand and said, Come with me, I will take you to school। ਅਗਲੇ ਦਿਨ ਰਾਮ ਲਾਲ ਜਿਹੜਾ ਉਹ ਭੋਲੀ ਨੂੰ ਬਾਂਹ ਤੋਂ ਫੜਦਾ ਹੈ ਤੇ ਕਹਿੰਦਾ ਕਿ ਚੱਲ ਮੇਰੇ ਨਾਲ, ਮੈਂ ਤੈਨੂੰ ਸਕੂਲ ਲੈ ਕੇ ਜਾਣਾ ਹੈ। ਭੋਲੀ was frightened। She did not know what a school was like। ਭੋਲੀ ਜਿਹੜੀ ਹੈ ਉਹ ਡਰ ਜਾਂਦੀ ਹੈ, frightened ਮਤਲਬ ਡਰ ਜਾਣਾ, ਉਹ ਡਰ ਜਾਂਦੀ ਹੈ ਕਿਉਂਕਿ ਉਹਨੂੰ ਨਹੀਂ ਪਤਾ ਕਿ ਸਕੂਲ ਕੀ ਹੁੰਦਾ ਹੈ। She remembered how a few days ago their old cow Lakshmi had been turned out of the house and sold। ਉਹਨੂੰ ਯਾਦ ਹੈ ਕਿ ਥੋੜੇ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਕਾਓ ਸੀਗੀ, ਉਹਨਾਂ ਦੀ ਜਿਹੜੀ ਗਾਂ ਸੀ ਲక్ష్ਮੀ, ਉਹਨੂੰ ਬਾਹਰ ਲੈ ਕੇ ਗਏ ਸੀ ਤੇ ਉਹਨੂੰ ਵੇਚ ਆਏ ਸੀ। ਇਸ ਕਰਕੇ ਜਿਹੜੀ ਭੋਲੀ ਹੈ ਉਹ ਡਰ ਜਾਂਦੀ ਹੈ ਕਿ ਸ਼ਾਇਦ ਮੈਨੂੰ ਵੀ ਲਿਜਾ ਕੇ ਕਿਤੇ ਵੇਚ ਦੇਣਗੇ। No, 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 she shouted in terror and pulled her hand away from her father's grip। ਫਿਰ ਉਹ ਸਟੈਮਰ ਕਰਕੇ ਬੋਲਦੀ ਹੈ, ਉਹਦੇ ਕੋਲੋਂ ਬੋਲਿਆ ਨਹੀਂ ਜਾਂਦਾ, ਉਹ ਨ ਇੱਦਾਂ ਨਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਆਪਣਾ ਜਿਹੜਾ ਹੱਥ ਹੈ ਆਪਣੇ ਫਾਦਰ ਤੋਂ ਛੁਡਵਾ ਲੈਂਦੀ ਹੈ। What's the matter with you, you fool? shouted ਰਾਮਲਾਲ। ਰਾਮਲਾਲ ਜਿਹੜਾ ਉਹਨੂੰ ਚਿल्ला ਕੇ ਕਹਿੰਦਾ ਕਿ ਕੀ ਹੋਇਆ ਤੈਨੂੰ, ਤੂੰ ਪਾਗਲ ਹੋ ਗਈ ਹੈ। I am only taking to school। ਮੈਂ ਤੈਨੂੰ ਸਕੂਲ ਹੀ ਤਾਂ ਲਿਜਾ ਰਿਹਾ ਹਾਂ। Then he told his wife। ਫਿਰ ਉਹ ਆਪਣੀ ਵਾਈਫ ਨੂੰ ਕਹਿੰਦਾ ਹੈ, let her wear some decent clothes today, or else what will the teachers and the other school girls think of us when they see her। ਉਹਨੂੰ ਕਹਿੰਦਾ ਕਿ ਇਹਨੂੰ ਕੋਈ ਚੱਜ ਦੇ ਕੱਪੜੇ ਪਹਿਨਾ ਦਿਓ, ਨਹੀਂ ਤਾਂ ਟੀਚਰ ਤੇ ਬਾਕੀ ਦੀਆਂ ਕੁੜੀਆਂ ਕੀ ਸੋਚਣਗੀਆਂ ਸਾਡੇ ਬਾਰੇ ਕਿ ਅਸੀਂ ਕਿੱਦਾਂ ਦੇ ਕੱਪੜੇ ਆਪਣੇ ਬੱਚਿਆਂ ਨੂੰ ਪਵਾਉਂਦੇ ਹਾਂ। ਨਿਊ ਕਲੋਥਸ ਹੈਡ ਨੈਵਰ ਬੀਨ ਮੇਡ ਫॉर ਭੋਲੀ। ਭੋਲੀ ਨੂੰ ਕਦੇ ਵੀ ਨਵੇਂ ਕੱਪੜੇ ਨਹੀਂ ਸਨ ਮਿਲੇ।
The old dresses of her sisters were passed on to her. ਜਿਹੜੀਆਂ ਉਹਦੀਆਂ ਵੱਡੀਆਂ ਭੈਣਾਂ ਨੇ ਉਹਨਾਂ ਦੇ ਕੱਪੜੇ ਹੀ ਉਹਨੂੰ ਪਾਉਣ ਲਈ ਮਿਲਦੇ ਸਨ. No one cared to mend or wash her clothes. ਕੋਈ ਵੀ ਉਹਦੇ ਕੱਪੜਿਆਂ ਨੂੰ ਕਦੇ ਮੈਂਡ ਨਹੀਂ ਕਰਦਾ ਸੀ. ਮੈਂਡ ਕਰਨਾ ਮਤਲਬ ਉਹਦੇ ਸਾਈਜ਼ ਦਾ ਕਰਕੇ ਦੇਣਾ, ਕੱਟ ਕੇ ਉਹਨੂੰ ਜੇ ਵੱਡੇ ਨੇ ਕੱਪੜੇ ਉਹਨਾਂ ਨੂੰ ਕੱਟ ਕੇ ਭੋਲੀ ਦੇ ਸਾਈਜ਼ ਦਾ ਕਰ ਦੇਵੇ, ਇਹ ਚੀਜ਼ ਕੋਈ ਨਹੀਂ ਸੀ ਕਰਦਾ, ਨਾ ਹੀ ਕੋਈ ਉਹਦੇ ਕੱਪੜੇ ਧੋ ਕੇ ਦਿੰਦਾ ਸੀ. But today she was lucky to receive a clean dress which had shrunk after many washings and no longer fitted Champa. ਅੱਜ ਉਹਨੂੰ ਇੱਕ ਇਹੋ ਜਿਹੀ ਡਰੈਸ ਮਿਲਣੀ ਸੀਗੀ ਕਿਉਂਕਿ ਉਹ ਅੱਜ ਉਹਦੀ ਕਿਸਮਤ ਚੰਗੀ ਹੈ, ਉਹਨੂੰ ਇੱਕ ਇਹੋ ਜਿਹੀ ਡਰੈਸ ਮਿਲਣੀ ਸੀ ਜਿਹੜੀ ਧੋ ਧੋ ਕੇ ਸ਼ਰਿੰਕ ਹੋ ਗਈ ਹੈ, ਛੋਟੀ ਹੋ ਗਈ ਹੈ, ਤੇ ਉਹਦੀ ਜਿਹੜੀ ਵੱਡੀ ਭੈਣ ਚੰਪਾ ਆ ਉਹਨੂੰ ਨਹੀਂ ਆਉਂਦੀ, ਇਸ ਕਰਕੇ ਭੋਲੀ ਨੂੰ ਉਹ ਡਰੈਸ ਮਿਲਣੀ ਸੀਗੀ. She was even bathed in oil with oil was rubbed into her dry and matted hair. ਉਹਨੂੰ ਅੱਜ ਨਵਾਇਆ ਧਵਾਇਆ ਗਿਆ ਤੇ ਉਹਦੇ ਸਿਰ 'ਚ ਵੀ ਤੇਲ ਲਗਾਇਆ ਗਿਆ ਜਿਹੜੇ ਕਿ ਉਹਦੇ ਵਾਲ ਬਹੁਤ ਡਰਾਈ ਤੇ ਮੈਟਡ ਮਤਲਬ ਜਿਵੇਂ ਜੜਾਵਾਂ ਵੱਧ ਜਾਂਦੀਆਂ ਨੇ ਉਸ ਤਰ੍ਹਾਂ ਦੇ ਜਿਹੜੇ ਵਾਲ ਨੇ ਉਹਨਾਂ 'ਚ ਅੱਜ ਤੇਲ ਵੀ ਲਗਾਇਆ ਗਿਆ. Only then did she begin to believe that she was being taken to a place better than her home. ਫਿਰ ਉਹਨੇ ਜਦੋਂ ਦੇਖਿਆ ਕਿ ਮੈਨੂੰ ਇੰਨਾ ਤਿਆਰ ਕੀਤਾ ਜਾ ਰਿਹਾ, ਫਿਰ ਉਹ ਸੋਚਦੀ ਹੈ ਕਿ ਕਿਸੇ ਵਧੀਆ ਜਗ੍ਹਾ 'ਤੇ ਲਿਜਾਣ ਲੱਗੇ ਨੇ ਜਿਹੜੇ ਕਿ ਮੇਰੇ ਇੱਥੋਂ ਨਾਲੋਂ ਬੈਟਰ ਹੋਏਗੀ. When they reached the school, the children were already in their classrooms. ਜਦੋਂ ਉਹ ਸਕੂਲ ਪਹੁੰਚਦੇ ਨੇ ਤਾਂ ਬੱਚੇ ਜਿਹੜੇ ਨੇ ਉਹ ਪਹਿਲਾਂ ਹੀ ਆਪਣੀਆਂ ਕਲਾਸਰੂਮਸ 'ਚ ਹੁੰਦੇ ਨੇ. ਰਾਮਲਾਲ ਹੈਂਡਡ ਓਵਰ ਹਿਸ ਡਾਟਰ ਟੂ ਦ ਹੈਡ ਮਿਸਟਰਸ. ਜਿਹੜਾ ਰਾਮਲਾਲ ਹੈ ਉਹ ਆਪਣੀ ਡਾਟਰ ਨੂੰ ਹੈਡ ਮਿਸਟਰਸ ਮਤਲਬ ਜਿਹੜੀ ਵੀ ਸਕੂਲ ਦੀ ਹੈਡ ਹੈ ਉਹਨਾਂ ਨੂੰ ਉਹ ਸੌਂਪ ਦਿੰਦਾ. Left alone, the poor girl looked about her and fear-laden eyes. ਜਿਹੜੀ ਕੁੜੀ ਹੈ ਉਹਨੂੰ ਛੱਡ ਕੇ ਉੱਥੇ ਚਲ ਜਾਂਦਾ ਹੈ. ਹੁਣ ਸਕੂਲ 'ਚ ਉਹ ਇਕੱਲੀ ਹੈ, ਉਹ ਕਿਸੇ ਨੂੰ ਨਹੀਂ ਜਾਣਦੀ. ਉਹ ਇੱਧਰ ਉੱਧਰ ਦੇਖਦੀ ਹੈ ਆਪਣੀਆਂ ਡਰ ਨਾਲ ਭਰੀਆਂ ਹੋਈਆਂ ਅੱਖਾਂ ਦੇ ਨਾਲ. There were several rooms and in each room girls like her squatted on mats. ਬਹੁਤ ਸਾਰੇ ਕਮਰੇ ਸੀਗੇ ਤੇ ਇਹਨਾਂ ਕਮਰਿਆਂ ਦੇ ਵਿੱਚ ਉਹਦੇ ਵਰਗੀਆਂ ਕਾਫੀ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਸਕੁਐਟਡ ਹੁੰਦਾ ਪੈਰਾਂ ਭਾਰ ਬਹਿਣਾ, ਉਹ ਆਪਣੇ ਪੈਰਾਂ ਭਾਰ ਬੈਠੀਆਂ ਹੋਈਆਂ ਸੀ ਮੈਟਸ ਦੇ ਉੱਪਰ. ਰੀਡਿੰਗ ਫਰੋਮ ਬੁੱਕਸ, ਤੇ ਬੁੱਕਸ ਦੇ ਵਿੱਚੋਂ ਪੜ੍ਹ ਰਹੀਆਂ ਸੀ, ਔਰ ਰਾਈਟਿੰਗ ਔਨ ਸਲੇਟਸ, ਤੇ ਕੁਛ ਸਲੇਟਸ ਤੇ ਲਿਖ ਰਹੀਆਂ ਸੀ. The headmistress asked Boli to sit down in a corner in one of the classrooms. ਜਿਹੜੀ ਹੈਡਮਿਸਟਰਸ ਹੈ, ਹੈਡ ਹੈ ਜਿਹੜੀ ਸਕੂਲ ਦੀ, ਉਹ ਭੋਲੀ ਨੂੰ ਕਹਿੰਦੀ ਹੈ ਕਿ ਜਾ ਕੇ ਕਿਸੇ ਕਮਰੇ ਦੇ ਵਿੱਚ ਬੈਠ ਜਾ. Polly did not know what exactly a school was like and what happened there. ਭੋਲੀ ਨੂੰ ਨਹੀਂ ਪਤਾ ਸੀ ਕਿ ਸਕੂਲ ਕੀ ਹੁੰਦਾ ਆ ਤੇ ਉੱਥੇ ਕੀ ਕਰਾਉਂਦੇ ਆ, ਕੀ ਹੁੰਦਾ ਆ ਸਕੂਲ ਦੇ ਵਿੱਚ. But she was glad to find so many girls almost of her own present there, own age present there. ਪਰ ਉਹ ਇਹ ਦੇਖ ਕੇ ਖੁਸ਼ ਹੁੰਦੀ ਹੈ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹਦੀ ਏਜ ਦੀਆਂ ਨੇ ਉਹਦੇ ਆਸ-ਪਾਸ ਇਹੋ ਜਿਹੀਆਂ ਕੁੜੀਆਂ ਨੇ. She hoped that one of these girls might become her friend. ਉਹ ਸੋਚਦੀ ਹੈ ਕਿ ਕਾਸ਼ ਇਹਨਾਂ 'ਚੋਂ ਕੋਈ ਕੁੜੀ ਜਿਹੜੀ ਮੇਰੀ ਫਰੈਂਡ ਬਣ ਜਾਵੇ, ਮੇਰੀ ਸਹੇਲੀ ਬਣ ਜਾਵੇ. The lady teacher who was in the class was saying something to the girls but Polly could understand nothing. ਜਿਹੜੀ ਉਸ ਕਲਾਸ ਦੇ ਵਿੱਚ ਲੇਡੀ ਟੀਚਰ ਪੜ੍ਹਾ ਰਹੀ ਹੈ ਉਹ ਬੱਚਿਆਂ ਨੂੰ ਕੁਝ ਕਹਿ ਰਹੀ ਹੁੰਦੀ ਹੈ ਬਟ ਭੋਲੀ ਨੂੰ ਕੁਝ ਵੀ ਸਮਝ ਨਹੀਂ ਆਉਂਦਾ. She looked at the pictures on the wall. ਉਹ ਬੈਠੀ ਬੈਠੀ ਜਿਹੜੀਆਂ ਵਾਲਸ ਦੇ ਉੱਤੇ ਫੋਟੋਆਂ ਲੱਗੀਆਂ ਨੇ, ਪਿਕਚਰਸ ਲੱਗੀਆਂ ਨੇ, ਉਹਨਾਂ ਵੱਲ ਦੇਖਣ ਲੱਗ ਜਾਂਦੀ ਹੈ. The colors fascinated her. ਉਹਨੂੰ ਕਲਰਸ ਜਿਹੜੇ ਨੇ ਉਹਨਾਂ ਫੋਟੋਆਂ ਦੇ ਜਿਹੜੇ ਕਲਰ ਨੇ ਉਹ ਬਹੁਤ ਫੈਸੀਨੇਟ ਕਰਦੇ ਨੇ, ਬਹੁਤ ਚੌਕੰਨਾ ਕਰਦੇ ਨੇ. The horse was brown just like the horse on which the ਤਹਿਸੀਲਦਾਰ had come to visit her village. ਉਹ ਦੇਖਦੀ ਹੈ ਕਿ ਇੱਕ ਹਾਰਸ ਦੀ ਫੋਟੋ ਲੱਗੀ ਹੋਈ ਹੈ, ਘੋੜੇ ਦੀ ਫੋਟੋ ਲੱਗੀ ਹੈ ਤੇ ਉਹਦਾ ਕਲਰ ਸੇਮ ਉੱਦਾਂ ਦਾ ਹੀ ਹੈ ਜਿੱਦਾਂ ਦੇ ਘੋੜੇ ਤੇ ਤਹਿਸੀਲਦਾਰ ਬਹਿ ਕੇ ਆਇਆ ਸੀ. The goat was black like the goat of their neighbor. ਤੇ ਜਿਹੜੀ ਬੱਕਰੀ ਹੈ ਫੋਟੋ ਦੇ ਵਿੱਚ ਉਹ ਉੱਦਾਂ ਦੀ ਹੀ ਬਲੈਕ ਹੈ ਜਿੱਦਾਂ ਦੀ ਉਹਨਾਂ ਦੇ ਗਵਾਂਢੀਆਂ ਦੀ ਬੱਕਰੀ ਹੈ. The parrot was green like the parrot she had seen in the mango orchard. ਤੇ ਜਿਹੜਾ ਪੈਰਟ ਆ, ਜਿਹੜੇ ਤੋਤੇ ਦੀ ਫੋਟੋ ਲੱਗੀ ਹੋਈ ਹੈ ਉਹ ਵੀ ਓਨਾ ਹੀ ਗ੍ਰੀਨ ਹੈ ਜਿੰਨਾ ਗ੍ਰੀਨ ਉਹਨੇ ਇੱਕ ਮੈਂਗੋ ਦੇ ਟਰੀ ਤੇ ਜਾਂ ਜਿਹੜਾ ਮੈਂਗੋ ਦਾ ਬਾਗ ਆ ਉੱਧਰ ਉੱਥੇ ਦੇਖਿਆ ਸੀਗਾ. The cow was just like their Lakshmi. ਤੇ ਜਿਹੜੀ ਕਾਊ ਦੀ ਫੋਟੋ ਲੱਗੀ ਹੈ, ਗਾਂ ਦੀ ਫੋਟੋ ਲੱਗੀ ਹੈ, ਉਹ ਸੇਮ ਗਾਂ ਜਿਹੜੀ ਹੈ ਉਹਨਾਂ ਦੀ ਲక్ష్ਮੀ ਗਾਂ ਹੁੰਦੀ ਸੀ ਜਿਹੜੀ ਉਹਦੇ ਵਰਗੀ ਹੈ. And suddenly Bholi noticed that the teacher was standing by her side smiling at her. ਤੇ ਇੱਕਦਮ ਉਹ ਨੋਟਿਸ ਕਰਦੀ ਹੈ ਕਿ ਜਿਹੜੀ ਟੀਚਰ ਹੈ ਉਹਦੇ ਕੋਲ ਖੜੀ ਹੈ ਤੇ ਉਹਦੇ ਵੱਲ ਦੇਖ ਕੇ ਸਮਾਈਲ ਕਰ ਰਹੀ ਹੈ. What's your name, little one? ਜਿਹੜੀ ਟੀਚਰ ਹੈ ਉਹਨੂੰ ਪੁੱਛਦੀ ਹੈ ਕਿ ਤੇਰਾ ਨਾਮ ਕੀ ਹੈ ਬੱਚੀਏ, ਛੋਟੀ ਬੱਚੀ. ਉਹ ਅੱਗੋਂ ਬੋਲਦੀ ਹੈ ਬ ਬ ਬ. She could stammer no further than that.
ਤੇ ਉਸ ਤੋਂ ਅੱਗੇ ਉਹ ਨਹੀਂ ਬੋਲ ਪਾਉਂਦੀ, ਉਹ ਸਿਰਫ ਬ ਬ ਬ ਹੀ ਬੋਲ ਪਾਉਂਦੀ, ਉਸ ਤੋਂ ਅੱਗੇ ਉਹਦੀ ਆਵਾਜ਼ ਨਹੀਂ ਨਿਕਲਦੀ। ਦੈਨ ਸ਼ੀ ਬਿਗਨ ਟੂ ਕਰਾਈ ਐਂਡ ਟੀਅਰਸ ਫਲੋਡ ਫਰੋਮ ਹਰ ਆਈਜ਼ ਇਨ ਹੈਲਪਲੈਸ ਫਲੱਡ। ਤੇ ਉਸ ਤੋਂ ਬਾਅਦ ਉਹ ਰੋਣ ਲੱਗ ਜਾਂਦੀ ਹੈ, ਉਹਦੀਆਂ ਅੱਖਾਂ 'ਚੋਂ ਅਥਰੂ ਨਿਕਲਣ ਲੱਗ ਜਾਂਦੇ ਨੇ। ਸ਼ੀ ਕੈਪਟ ਹਰ ਹੈਡ ਡਾਊਨ ਐਜ਼ ਸ਼ੀ ਸੈਟ ਇਨ ਹਰ ਕਾਰਨਰ, not daring to look up at the girls who she knew were still laughing at her। ਤੇ ਉਹ ਉੱਥੇ ਹੀ ਬੈਠੀ ਹੁੰਦੀ ਹੈ, ਆਪਣਾ ਸਿਰ ਨੀਵਾਂ ਕਰਕੇ ਬੈਠੀ ਰਹਿੰਦੀ ਹੈ, ਤੇ ਉੱਪਰ ਸਿਰ ਚੁੱਕ ਕੇ ਨਹੀਂ ਵੇਖਦੀ, ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀਆਂ ਕੁੜੀਆਂ ਨੇ ਉਹ ਹਜੇ ਵੀ ਉਹਦੇ ਤੇ ਹੱਸ ਰਹੀਆਂ ਨੇ, ਉਹਦੇ ਅਟਕਣ ਤੇ ਹੱਸ ਰਹੀਆਂ ਨੇ। when the school bell rang all the girls scurried out of the classroom। ਜਦੋਂ ਸਕੂਲ ਦੀ ਬੈਲ ਵੱਜਦੀ ਹੈ ਤਾਂ ਜਿਹੜੀਆਂ ਕੁੜੀਆਂ ਨੇ ਉਹ ਹੌਲੀ ਹੌਲੀ ਕਲਾਸ 'ਚੋਂ ਬਾਹਰ ਨਿਕਲਦੀਆਂ ਨੇ, ਬਟ ਭੋਲੀ ਡੇਅਰਡ ਨਾਟ ਲੀਵ ਹਰ ਕਾਰਨਰ। ਪਰ ਜਿਹੜੀ ਭੋਲੀ ਹੈ ਉਹ 'ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣਾ ਕਾਰਨਰ ਛੱਡ ਕੇ ਜਾਵੇ। ਹਰ ਹੈਡ ਸਟਿਲ ਲੋਵਰਡ ਸ਼ੀ ਕੈਪਟ ਔਨ ਸੋਬਿੰਗ। ਉਹਦਾ ਸਿਰ ਹਜੇ ਵੀ ਚੁੱਕਿਆ ਹੋਇਆ ਹੈ ਤੇ ਉਹ ਹਜੇ ਵੀ ਰੋ ਰਹੀ ਹੈ। ਸੋਬਿੰਗ ਹੁੰਦਾ ਹੈ ਜਦੋਂ ਕੋਈ ਰੋਂਦਾ ਹੈ, ਕਰਾਏ, ਆਵਾਜ਼ ਨਹੀਂ ਕਰਦਾ, ਬਸ ਉਹਦੀ ਸਾਹਾਂ ਤੋਂ ਪਤਾ ਲੱਗ ਰਿਹਾ ਕਿ ਉਹ ਰੋ ਰਿਹਾ ਹੈ, ਜਿਵੇਂ ਬਸ ਸਾਹ ਲੈ ਰਿਹਾ ਹੈ, ਇਸ ਤਰ੍ਹਾਂ ਕਿ ਰੋਣ ਦੀ ਆਵਾਜ਼ ਆ ਰਹੀ ਹੈ। ਭੋਲੀ, ਦ ਟੀਚਰਸ ਵੌਇਸ ਵਾਜ਼ ਸੋ ਸੌਫਟ ਐਂਡ ਸੂਦਿੰਗ। ਉਹਨੂੰ ਫਿਰ ਇੱਕ ਆਵਾਜ਼ ਸੁਣਦੀ ਹੈ, ਕੋਈ ਉਹਦਾ ਨਾਮ ਲੈਂਦਾ ਹੈ, ਟੀਚਰ ਉਹਦਾ ਨਾਮ ਲੈਂਦੀ ਹੈ, ਤੇ ਉਹਦੀ ਆਵਾਜ਼ ਬੜੀ ਸੌਫਟ ਹੈ, ਉਹਦੀ ਆਵਾਜ਼ ਬੜੀ ਆਰਾਮ ਦੇਣ ਵਾਲੀ ਹੈ। ਇਨ ਆਲ ਹਰ ਲਾਈਫ ਸ਼ੀ ਹੈਡ ਨੈਵਰ ਬੀਨ ਕਾਲਡ ਲਾਈਕ ਦੈਟ। ਪੂਰੀ ਜ਼ਿੰਦਗੀ 'ਚ ਕਦੇ ਉਹਨੂੰ ਕਿਸੇ ਨੇ ਇੰਨੇ ਪਿਆਰ ਨਾਲ ਆਵਾਜ਼ ਨਹੀਂ ਸੀ ਮਾਰੀ। ਇਟ ਟਚਡ ਹਰ ਹਾਰਟ। ਤੇ ਉਹਦਾ ਜਿਹੜਾ ਦਿਲ ਆ ਉਹ ਟੱਚ ਹੋ ਜਾਂਦਾ ਹੈ ਉਹਦੀ ਆਵਾਜ਼ ਦੇ ਨਾਲ। ਗੈਟ ਅਪ ਸੈਡ ਦ ਟੀਚਰ। ਟੀਚਰ ਕਹਿੰਦੀ ਹੈ ਉੱਠ। ਇਟ ਵਾਜ਼ ਨਾਟ ਅ ਕਮਾਂਡ ਬਟ ਜਸਟ ਅ ਫਰੈਂਡਲੀ ਸੁਜੈਸ਼ਨ। ਭੋਲੀ ਗੌਟ ਅਪ। ਤੇ ਇਹ ਕੋਈ ਕਮਾਂਡ ਨਹੀਂ ਸੀ, ਟੀਚਰ ਉਹਨੂੰ ਕਮਾਂਡ ਦੇ ਕੇ ਨਹੀਂ ਕਹਿੰਦੀ ਕਿ ਉੱਠ ਇੱਥੋਂ, ਸਗੋਂ ਬੜੇ ਪਿਆਰ ਨਾਲ, ਬੜੇ ਦੋਸਤੀ ਜੇ ਵਾਲੀ ਆਵਾਜ਼ ਨਾਲ ਉਹਨੂੰ ਕਹਿੰਦੀ ਹੈ ਕਿ ਭੋਲੀ ਚੱਲ ਉੱਠ ਇੱਥੋਂ। ਨਾਓ ਟੈਲ ਮੀ ਯੋਰ ਨੇਮ। ਤੇ ਉਹਨੂੰ ਕਹਿੰਦੀ ਹੈ ਕਿ ਚੱਲ ਹੁਣ ਮੈਨੂੰ ਆਪਣਾ ਨਾਮ ਦੱਸ। ਸਵੈਟ ਬ੍ਰੋਕ ਆਊਟ ਓਵਰ ਹਰ ਹੋਲ ਬੋਡੀ। ਤੇ ਉਹਦੀ ਜਿਹੜੀ ਪੂਰੀ ਬੋਡੀ ਹੈ ਉਹਦੇ 'ਚ ਇੱਕ ਕੰਬਣੀ ਜਿਹੀ ਛਿੜ ਜਾਂਦੀ ਤੇ ਪਸੀਨਾ ਤਰੇਲੀ ਆ ਜਾਂਦੀ ਉਹਦੀ ਬੋਡੀ 'ਚ, ਉਹਦੀ ਆਵਾਜ਼ ਸੁਣ ਕੇ ਕਿ ਕਿਸੇ ਨੇ ਉਹਨੂੰ ਬੁਲਾਇਆ ਇੰਨੇ ਪਿਆਰ ਨਾਲ ਤੇ ਹੁਣ ਉਹਦਾ ਨਾਮ ਪੁੱਛ ਰਹੇ ਆ। would her stammering tongue again disgrace her। ਉਹ ਸੋਚਦੀ ਹੈ ਕਿ ਫੇਰ ਕਿਤੇ ਮੇਰੀ ਜਿਹੜੀ ਜ਼ੁਬਾਨ ਹੈ ਮੈਨੂੰ ਉਹ ਜਵਾਬ ਤਾਂ ਨਹੀਂ ਦੇ ਦੇਗੀ, ਮੇਰੇ ਕੋ ਬੋਲਿਆ ਨਾ ਜਾਵੇ, ਫਿਰ ਇਦਾਂ ਕਿਉਂ ਹੋਵੇਗਾ। for the sake of his kind woman however she decided to make an effort। ਫਿਰ ਉਹ ਸੋਚਦੀ ਹੈ ਕਿ ਇਹ ਇੰਨੀ ਚੰਗੀ ਔਰਤ ਆ ਜਿਹੜੀ ਮੈਨੂੰ ਬੁਲਾ ਰਹੀ ਹੈ ਇੰਨੇ ਪਿਆਰ ਨਾਲ, ਚਲ ਮੈਂ ਇਹਦੇ ਕਰਕੇ ਹੀ ਇੱਕ ਐਫਰਟ ਕਰਕੇ ਦੇਖਦੀ ਹਾਂ। she had such a soothing voice she would not laugh at her। ਤੇ ਉਹਨੂੰ ਪਤਾ ਹੈ ਕਿ ਇਹਦੀ ਜਿਹੜੀ ਆਵਾਜ਼ ਹੈ ਉਹ ਇੰਨੀ ਸੂਦਿੰਗ ਹੈ, ਇੰਨੀ ਆਰਾਮ ਦੇਣ ਵਾਲੀ ਹੈ, ਤੇ ਉਹਨੂੰ ਪਤਾ ਹੈ ਕਿ ਉਹ ਉਹਦੇ ਤੇ ਹੱਸੇਗੀ ਨਹੀਂ। ਫਿਰ ਉਹ ਬੋਲਣ ਦੀ ਕੋਸ਼ਿਸ਼ ਕਰਦੀ ਹੈ, ਬ ਬ ਬ ਬੋ। ਸ਼ੀ ਬਿਗੈਨ ਟੂ ਸਟੈਮਰ। ਉਹ ਫਿਰ ਉਸ ਤੋਂ ਬਾਅਦ ਰੁਕਣ ਲੱਗਦੀ ਹੈ। ਵੈਲ ਡਨ ਦ ਟੀਚਰ ਇਨਕਰੇਜਡ ਹਰ। ਕਮ ਔਨ ਨਾਓ ਦ ਫੁੱਲ ਨੇਮ। ਟੀਚਰ ਉਹਨੂੰ ਇਨਕਰੇਜ ਕਰਦੀ, ਉਹਨੂੰ ਕਹਿੰਦੀ ਬਹੁਤ ਵਧੀਆ, ਚੱਲ ਹੁਣ ਪੂਰਾ ਨਾਮ ਦੱਸ। ਫਿਰ ਉਹ ਬੋਲਦੀ ਹੈ ਬੋਲੀ। At last she was able to say it and felt relieved as if it was a great achievement। ਤੇ at last ਉਹ ਕੋਸ਼ਿਸ਼ ਕਰਦੀ ਹੈ ਤੇ ਪੂਰਾ ਨਾਮ ਬੋਲ ਦਿੰਦੀ ਹੈ, ਤੇ ਉਹਨੂੰ ਇੱਕ ਅਚੀਵਮੈਂਟ ਦੀ ਤਰ੍ਹਾਂ ਫੀਲ ਹੁੰਦਾ, ਉਹਨੂੰ ਲੱਗਦਾ ਹੈ ਕਿ ਉਹਨੇ ਪਤਾ ਨਹੀਂ ਕਿਹੜੀ ਚੀਜ਼ ਪਾ ਲਈ ਹੈ ਜਦੋਂ ਉਹ ਪੂਰਾ ਨਾਮ ਬੋਲ ਦਿੰਦੀ ਹੈ। well done the teacher patted her affectionately and said put the fear out of your heart and you will be able to speak like everyone else। ਜਿਹੜੀ ਟੀਚਰ ਹੈ ਉਹ ਉਹਨੂੰ ਪੈਟ ਕਰਦੀ ਹੈ, ਜਿਵੇਂ ਆਪਾਂ ਪਿੱਠ ਤੇ ਇਦਾਂ ਹੱਥ ਨਾਲ ਕਿਸੇ ਨੂੰ ਸ਼ਾਬਾਸ਼ੀ ਦਿੰਦੇ ਆ, ਉਹਨੂੰ ਸ਼ਾਬਾਸ਼ੀ ਦਿੰਦੀ ਹੈ ਤੇ ਕਹਿੰਦੀ ਹੈ ਬਹੁਤ ਵਧੀਆ, ਕਹਿੰਦੀ ਆਪਣਾ ਜਿਹੜਾ ਡਰ ਆ ਉਹਨੂੰ ਦਿਲ ਚੋਂ ਕੱਢ ਦੇ ਤੇ ਤੂੰ ਵੀ ਬਾਕੀਆਂ ਵਾਂਗ ਬੋਲ ਪਾਏਂਗੀ। ਬੋਲੀ ਲੁਕਡ ਅਪ ਐਜ਼ ਇਫ ਟੂ ਆਸਕ ਰੀਅਲੀ। ਬੋਲੀ ਉਹਦੇ ਵੱਲ ਇਦਾਂ ਦੇਖਦੀ ਹੈ ਕਿ ਅੱਛਾ ਇਦਾਂ ਹੋ ਸਕਦਾ ਹੈ ਕਿ ਮੈਂ ਬਾਕੀਆਂ ਵਾਂਗੂ ਦੇਖ ਸਕਾਂ। ਉਹ ਬੋਲਦੀ ਨਹੀਂ ਹੈ, ਜਸਟ ਉਹ ਇਸ ਤਰ੍ਹਾਂ ਦੇਖਦੀ ਹੈ ਜਿੱਦਾਂ ਉਹ ਪੁੱਛ ਰਹੀ ਹੋਵੇ। yes it will be really easy, you just come to school every day, will you come। ਬੋਲੀ nodded। no say it aloud। ਫਿਰ ਟੀਚਰ ਕਹਿੰਦੀ ਹੈ ਹਾਂ ਇਦਾਂ ਹੋ ਸਕਦਾ ਹੈ, ਬਸ ਤੂੰ ਸਕੂਲ ਰੋਜ਼ ਆਉਣਾ ਹੈ। ਟੀਚਰ ਕਹਿੰਦੀ ਹੈ ਤੂੰ ਰੋਜ਼ ਆਏਂਗੀ ਸਕੂਲ। ਬੋਲੀ ਜਿਹੜੀ ਹੈ ਆਪਣਾ ਸਿਰ ਹਿਲਾ ਕੇ ਕਹਿ ਦਿੰਦੀ ਹੈ ਹਾਂ, ਬਟ ਜਿਹੜੀ ਟੀਚਰ ਹੈ ਉਹ ਕਹਿੰਦੀ ਹੈ ਨਹੀਂ ਬੋਲ ਕੇ ਕਹਿ, ਉੱਚੀ ਸਾਰੀ ਕਹਿ। ਫਿਰ ਉਹ ਬੋਲਦੀ ਹੈ ਯੈਸ ਐਂਡ ਬੋਲੀ herself was astonished that she had been able to say it। ਤੇ ਉਹਦੇ ਕੋਲੋਂ ਯੈਸ ਬੋਲਿਆ ਜਾਂਦਾ ਹੈ ਤੇ ਜਿਹੜੀ ਬੋਲੀ ਉਹ ਆਪ ਹੀ ਹੈਰਾਨ ਹੋ ਜਾਂਦੀ ਹੈ। ਐਸਟੋਨਿਸ਼ਡ ਮਤਲਬ ਹੈਰਾਨ ਹੋ ਜਾਣਾ ਕਿ ਉਹਦੇ ਕੋਲੋਂ ਬੋਲਿਆ ਗਿਆ। didn't I tell you, now take this book। ਫਿਰ ਉਹ ਕਹਿੰਦੀ ਮੈਂ ਤੈਨੂੰ ਕਿਹਾ ਸੀ ਨਾ ਤੂੰ ਬੋਲ ਸਕਦੀ ਆ। ਫਿਰ ਉਹਨੂੰ ਟੀਚਰ ਜਿਹੜੀ ਹੈ ਇੱਕ ਬੁੱਕ ਦੇ ਦਿੰਦੀ ਹੈ। The book was full of nice pictures and the pictures were in color।
ਜਿਹੜੀ ਬੁੱਕ ਹੈ ਉਹ ਬੜੀਆਂ ਸੋਹਣੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਉਸ ਬੁੱਕ ਦੇ ਵਿੱਚ, ਤੇ ਬੜੇ ਸੋਹਣੇ ਸੋਹਣੇ ਕਲਰਸ ਹੁੰਦੇ ਨੇ, ਡੌਗ, ਕੈਟ, ਗੋਟ, ਹਾਰਸ, ਪੈਰਟ, ਟਾਈਗਰ ਐਂਡ ਕਾਊ ਜਸਟ ਲਾਈਕ ਲਕਸ਼ਮੀ। ਤੇ ਉਹਦੇ ਵਿੱਚ ਇਹ ਸਾਰੇ ਡੌਗ ਦੀਆਂ, ਕੈਟ ਦੀਆਂ, ਇਹ ਸਾਰੀਆਂ ਫੋਟੋਜ਼ ਲੱਗੀਆਂ ਹੁੰਦੀਆਂ ਨੇ। ਐਂਡ ਵਿਦ ਐਵਰੀ ਪਿਕਚਰ ਵਾਜ਼ ਅ ਵਰਡ ਇਨ ਬਿਗ ਬਲੈਕ ਲੈਟਰਸ। ਤੇ ਹਰ ਇੱਕ ਪਿਕਚਰ ਦੇ ਉੱਪਰ ਕੁਛ ਲਿਖਿਆ ਹੁੰਦਾ ਆ ਕਾਲੇ ਕਾਲੇ ਸ਼ਬਦਾਂ ਦੇ ਵਿੱਚ, ਜਿਹੜਾ ਕਿ ਹਜੇ ਬੋਲੀ ਨੂੰ ਪੜ੍ਹਨਾ ਨਹੀਂ ਆਉਂਦਾ। ਇਨ 1 month you will be able to read this book। ਟੀਚਰ ਉਹਨੂੰ ਕਹਿੰਦੀ ਹੈ ਕਿ 1 ਮਹੀਨੇ 'ਚ ਤੈਨੂੰ ਇਹ ਬੁੱਕ ਪੜ੍ਹਨੀ ਆ ਜਾਏਗੀ। then I will give you a bigger book then a still bigger one। ਉਹਦੀ ਟੀਚਰ ਕਹਿੰਦੀ ਹੈ ਕਿ ਤੈਨੂੰ 1 ਮਹੀਨੇ 'ਚ ਇਹ ਬੁੱਕ ਆ ਜਾਏਗੀ, ਫਿਰ ਮੈਂ ਤੈਨੂੰ ਇਸ ਤੋਂ ਵੀ ਵੱਡੀ ਕਿਤਾਬ ਦੇਵਾਂਗੀ, ਜਦੋਂ ਤੂੰ ਉਹ ਪੜ੍ਹ ਲੇਂਗੀ ਫਿਰ ਉਸ ਤੋਂ ਵੀ ਵੱਡੀ ਕਿਤਾਬ ਮਿਲੂਗੀ। in time you will be more learned than anyone else in the village। ਤੇ ਟੀਚਰ ਕਹਿੰਦੀ ਹੈ ਕਿ ਇੱਕ ਟਾਈਮ ਆਊਗਾ ਜਦੋਂ ਤੂੰ ਸਭ ਤੋਂ ਜ਼ਿਆਦਾ ਪੜ੍ਹ ਜਾਏਂਗੀ, ਤੁਹਾਡੇ ਪਿੰਡ 'ਚ ਉਹਨਾਂ ਕੋਈ ਨਹੀਂ ਪੜ੍ਹਿਆ ਹੋਏਗਾ, ਤੂੰ ਸਭ ਤੋਂ ਜ਼ਿਆਦਾ ਪੜ੍ਹ ਜਾਏਂਗੀ। then no one will ever be able to laugh at you। ਫਿਰ ਉਸ ਤੋਂ ਬਾਅਦ ਤੇਰੇ ਤੇ ਕੋਈ ਨਹੀਂ ਹੱਸੇਗਾ। people will listen to you and respect you and will be able to speak without the slightest stammer। ਉਹ ਕਹਿੰਦੀ ਫਿਰ ਲੋਕੀ ਤੇਰੀ ਗੱਲ ਸੁਣਨਗੇ, ਤੇਰੀ ਇੱਜ਼ਤ ਕਰਨਗੇ, ਤੇ ਤੈਨੂੰ ਬਿਲਕੁਲ ਵੀ ਅਟਕ ਕੇ ਬੋਲਣਾ ਨਹੀਂ ਪਏਗਾ, ਤੂੰ ਬਹੁਤ ਸਾਫ਼ ਬੋਲੇਂਗੀ। ਅੰਡਰਸਟੈਂਡ? ਫਿਰ ਉਹ ਕਹਿੰਦੀ ਤੈਨੂੰ ਸਮਝ ਲੱਗੀ ਹੈ, ਨਾਓ ਯੂ ਗੋ ਹੋਮ ਐਂਡ ਕਮ ਬੈਕ अर्ਲੀ ਟੁਮਾਰੋ ਮਾਰਨਿੰਗ। ਤੇ ਉਹਨੂੰ ਕਹਿੰਦੀ ਹੈ ਕਿ ਹੁਣ ਤੂੰ ਘਰ ਜਾ ਤੇ ਕੱਲ ਸਵੇਰੇ ਵਾਪਿਸ ਆਈ। Bolly felt as if suddenly all the bells in the village temple were ringing and the trees in front of the schoolhouse had bloomed into big red flowers। ਬੋਲੀ ਨੂੰ ਇਦਾਂ ਲੱਗਾ ਜਿਵੇਂ ਬਹੁਤ ਸਾਰੀਆਂ ਪਿੰਡ ਦੇ ਵਿੱਚ ਟੈਂਪਲਸ ਜਿਹੜੀਆਂ ਬੈਲਸ ਨੇ ਉਹ ਵੱਜ ਰਹੀਆਂ ਨੇ, ਘੰਟੀਆਂ ਵੱਜ ਰਹੀਆਂ ਨੇ, ਤੇ ਜਿਹੜੇ ਟਰੀ ਹੈ ਉਹਨਾਂ ਤੇ ਇੱਕਦਮ ਜਿਵੇਂ ਫੁੱਲ ਖਿੜ ਗਏ ਹੋਣ। ਹਰ ਹਾਰਟ ਵਾਜ਼ ਥ੍ਰੋਬਿੰਗ ਵਿਦ ਅ ਨਿਊ ਹੋਪ ਵਿਦ ਅ ਨਿਊ ਲਾਈਫ। ਤੇ ਜਿਹੜਾ ਉਹਦਾ ਦਿਲ ਹੈ ਉਹ ਇੱਕ ਨਵੀਂ ਆਸ਼ਾ ਦੇ ਨਾਲ, ਨਵੀਂ ਜ਼ਿੰਦਗੀ ਦੇ ਨਾਲ ਧੜਕ ਰਿਹਾ ਹੈ। ਥ੍ਰੋਬਿੰਗ ਮਤਲਬ ਉਹਦਾ ਦਿਲ ਜਿਹੜਾ ਉਹ ਧੜਕ ਰਿਹਾ ਹੈ। ਦਸ ਹਰ ਈਅਰਸ ਪਾਸਟ। ਉਸ ਤੋਂ ਬਾਅਦ ਬਹੁਤ ਸਾਲ ਨਿਕਲ ਜਾਂਦੇ ਨੇ। ਦ ਵਿਲੇਜ ਬਿਕੇਮ ਅ ਸਮਾਲ ਟਾਊਨ। ਜਿਹੜਾ ਪਿੰਡ ਸੀਗਾ ਉਹ ਇੱਕ ਟਾਊਨ ਬਣ ਜਾਂਦਾ। ਦ ਲਿਟਲ ਪ੍ਰਾਇਮਰੀ ਸਕੂਲ ਬਿਕੇਮ ਅ ਹਾਈ ਸਕੂਲ। ਜਿਹੜਾ ਪ੍ਰਾਇਮਰੀ ਸਕੂਲ ਸੀਗਾ ਉਹ ਹਾਈ ਸਕੂਲ ਬਣ ਜਾਂਦਾ। ਦੇਰ ਵਰ ਨਾਓ ਅ ਸਿਨੇਮਾ ਅੰਡਰ ਅ ਟਿਨ ਸ਼ੈਡ ਐਂਡ ਅ ਕਾਟਨ ਗਿਨਿੰਗ ਮਿਲ। ਹੁਣ ਪਿੰਡ ਤੋਂ ਟਾਊਨ ਬਣ ਗਿਆ, ਉੱਥੇ ਸਿਨੇਮਾ ਆ ਗਿਆ, ਉੱਥੇ ਇੱਕ ਮਿਲ ਲੱਗ ਗਈ, ਕਾਟਨ ਦੀ ਮਿਲ। ਦ ਮੇਲ ਟ੍ਰੇਨ ਬਿਗੈਨ ਟੂ ਸਟਾਪ ਐਟ ਦ ਰੇਲਵੇ ਸਟੇਸ਼ਨ। ਉੱਥੇ ਇੱਕ ਰੇਲਵੇ ਸਟੇਸ਼ਨ ਬਣ ਗਿਆ ਜਿੱਥੇ ਕਿ ਹੁਣ ਟ੍ਰੇਨ ਰੁਕਣ ਲੱਗ ਗਈ ਸੀ। One night after dinner, Ramlal said to his wife, then shall I accept Bishambar's proposal? ਇੱਕ ਰਾਤ ਡਿਨਰ ਤੋਂ ਬਾਅਦ, ਖਾਣੇ ਤੋਂ ਬਾਅਦ ਰਾਮ ਲਾਲ ਜਿਹੜਾ ਹੈ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਹੁੰਦਾ ਹੈ ਕਿ ਕੀ ਮੈਂ ਬਿਸ਼ੰਬਰ ਦਾ ਜਿਹੜਾ ਪ੍ਰਪੋਜ਼ਲ ਹੈ ਉਹ ਐਕਸੈਪਟ ਕਰ ਲਵਾਂ, ਉਹ ਮੈਂ ਮੰਨ ਲਵਾਂ। Yes, certainly, his wife said। Boli will be lucky to get such a well-to-do bridegroom, a big shop, a house of his own, and I hear several thousand in the bank। Moreover, he is not asking for any dowry। ਉਹਦੀ ਜਿਹੜੀ ਵਾਈਫ ਹੈ ਉਹ ਕਹਿੰਦੀ ਹਾਂ ਹੋਰ ਕੀ, ਕਹਿੰਦੀ ਭੋਲੀ ਜਿਹੜੀ ਹੈ ਉਹ ਬਹੁਤ ਲੱਕੀ ਹੈ, ਕਿਸਮਤ ਵਾਲੀ ਹੈ ਕਿ ਉਹਨੂੰ ਇੱਕ ਇੰਨਾ ਵਧੀਆ ਦੁੱਲਾ ਮਿਲੇਗਾ। ਉਹਦੀ ਇੱਕ ਕਿੰਨੀ ਵੱਡੀ ਦੁਕਾਨ ਹੈ, ਉਹਦਾ ਆਪਣਾ ਘਰ ਹੈ, ਤੇ ਬਹੁਤ ਹਜ਼ਾਰਾਂ ਪੈਸੇ ਉਹਦੀ ਬੈਂਕ 'ਚ ਵੀ ਨੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਦਹੇਜ ਵੀ ਨਹੀਂ ਚਾਹੀਦਾ। That's right, but he is not so young, you know, almost the same age as I am, and he also lives। Moreover, the children from his first wife are quite grown up। ਫਿਰ ਉਹਦਾ ਜਿਹੜਾ ਹਸਬੈਂਡ ਹੈ ਉਹ ਕਹਿੰਦਾ ਹੈ ਕਿ ਰਾਮ ਲਾਲ ਕਹਿੰਦਾ ਹੈ ਕਿ ਹਾਂ ਤੇਰੀ ਗੱਲ ਠੀਕ ਹੈ ਕਿ ਬਿਸ਼ੰਬਰ ਜਿਹੜਾ ਉਹ ਬਹੁਤ ਵੈਲਦੀ ਹੈ, ਉਹਦੇ ਕੋਲ ਬਹੁਤ ਪੈਸਾ ਹੈ, ਪਰ ਉਹ ਇੰਨਾ ਯੰਗ ਨਹੀਂ ਹੈ, ਉਹ ਜਵਾਨ ਨਹੀਂ ਹੈ, ਤੇ ਉਹ ਮੇਰੀ ਉਮਰ ਦਾ ਹੀ ਲੱਗਦਾ ਹੈ। ਤੇ ਉਹ ਹੀ ਆਲਸੋ ਲਿਮਸ ਮਤਲਬ ਉਹਦੇ ਪੈਰਾਂ 'ਚ ਵੀ ਕੋਈ, ਲੱਤਾਂ 'ਚ ਕੁਛ ਪ੍ਰੋਬਲਮ ਹੈ, ਉਹਦੇ ਗੋਡਿਆਂ 'ਚ ਵੀ ਪ੍ਰੋਬਲਮ ਹੈ, ਉਹ ਥੋੜਾ ਠੀਕ ਨਹੀਂ ਚੱਲਦਾ। ਮੋਰਓਵਰ ਦ ਚਿਲਡਰਨ ਫਰੋਮ ਹਿਸ ਫਸਟ, ਤੇ ਜਿਹੜੇ ਉਹਦੇ ਪੁਰਾਣੀ ਵਾਈਫ ਤੋਂ ਬੱਚੇ ਨੇ ਉਹ ਵੀ ਕਾਫੀ ਵੱਡੇ ਨੇ, ਕਾਫੀ ਗਰੋਨ ਅਪ ਹੋ ਚੁੱਕੇ ਨੇ। ਸੋ ਵਟ ਡਜ਼ ਇਟ ਮੈਟਰ, ਹਿਸ ਵਾਈਫ ਰਿਪਲਾਈਡ। ਉਹਦੀ ਵਾਈਫ ਕਹਿੰਦੀ ਹੈ ਕਿ ਇਹਦੇ ਨਾਲ ਕੀ ਫਰਕ ਪੈਂਦਾ ਹੈ, 45 ਔਰ 50। ਉਹ ਕਹਿੰਦੀ ਕਿੰਨੀ ਕੁ ਉਮਰ ਹੋਏਗੀ ਉਹਦੀ, 45 ਜਾਂ 50 ਸਾਲ। ਇਟ ਇਜ਼ ਨੋ ਗ੍ਰੇਟ ਏਜ ਫॉर ਅ ਮੈਨ। ਕਹਿੰਦੀ ਬੰਦਿਆਂ ਲਈ ਇਹ ਕੋਈ ਬਹੁਤੀ ਉਮਰ ਨਹੀਂ ਹੈਗੀ। ਵੀ ਆਰ ਲੱਕੀ ਦੈਟ ਹੀ ਇਜ਼ ਫਰੋਮ ਅਨਦਰ ਵਿਲੇਜ ਐਂਡ ਡਜ਼ ਨਾਟ ਨੋ ਅਬਾਊਟ ਹਰ ਪੌਕ ਮਾਰਕਸ। ਉਹ ਕਹਿੰਦੀ ਕਿ ਆਪਾਂ ਬਹੁਤ ਕਿਸਮਤ ਵਾਲੇ ਹਾਂ ਕਿ ਉਹ ਦੂਜੇ ਪਿੰਡ ਤੋਂ ਆ, ਤੇ ਉਹਨੂੰ ਨਹੀਂ ਪਤਾ ਕਿ ਆਪਣੀ ਬੇਟੀ ਦੇ ਜਿਹੜੇ ਮਾਰਕਸ ਨੇ, ਉਹਦੇ ਜਿਹੜੇ ਬਚਪਨ ਦੇ ਵਿੱਚ ਬਿਮਾਰੀ ਦਾ ਕਰਕੇ ਉਹਦੀ ਪੂਰੀ ਬੋਡੀ ਤੇ ਜਿਹੜੇ ਦਾਗ ਪਏ ਹੋਏ ਨੇ ਉਹਨੂੰ ਨਹੀਂ ਪਤਾ ਉਹਦਾ, ਐਂਡ ਹਰ ਲੈਕ ਆਫ ਸੈਂਸ। ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਭੋਲੀ ਹੈ ਉਹਨੂੰ ਜ਼ਿਆਦਾ ਪਤਾ ਨਹੀਂ ਲੱਗਦਾ, ਉਹ ਬੜੀ ਸਿੱਧੀ ਸਾਦੀ ਹੈ।
ਇਫ ਵੀ ਡੋਂਟ ਐਕਸੈਪਟ ਦਿਸ ਪ੍ਰਪੋਜ਼ਲ ਸ਼ੀ ਮੇ ਰਿਮੇਨ ਅਨਮੈਰਿਡ ਆਲ ਹਰ ਲਾਈਫ। ਉਹ ਕਹਿੰਦੀ ਜੇ ਆਪਾਂ ਉਹਨਾਂ ਦਾ ਇਹ ਵਾਲਾ ਐਕਸੈਪਟ ਨਹੀਂ ਕੀਤਾ ਆਫਰ ਤਾਂ ਹੋ ਸਕਦਾ ਸਾਰੀ ਜ਼ਿੰਦਗੀ ਉਹਦਾ ਵਿਆਹ ਨਾ ਹੋਵੇ। ਯੈਸ ਬਟ ਆਈ ਵੰਡਰ ਵਟ ਬੋਲੀ ਵਿਲ ਸੇ। ਉਹਦਾ ਪਿਤਾ ਕਹਿੰਦਾ ਕਿ ਹਾਂ ਇਹ ਤਾਂ ਹੈਗਾ ਪਰ ਮੈਨੂੰ ਨਹੀਂ ਪਤਾ ਕਿ ਭੋਲੀ ਕੀ ਕਹੂਗੀ ਇਹਦੇ ਬਾਰੇ 'ਚ। ਬਟ ਵਿਲ ਦੈਟ ਵਿਟਲੈਸ ਵਨ ਸੇ ਸ਼ੀ ਇਜ਼ ਲਾਈਕ ਅ ਡਮ ਕਾਓ। ਉਹਦੀ ਮਾਂ ਕਹਿੰਦੀ ਹੈ ਕਿ ਉਹਨੂੰ ਕੀ ਪਤਾ ਹੈ। ਵਿਟਲੈਸ ਮਤਲਬ ਜਿਹਨੂੰ ਕੋਈ ਦਿਮਾਗ ਨਹੀਂ ਕੰਮ ਕਰਦਾ, ਜਿਹਨੂੰ ਕੋਈ ਅਕਲ ਨਹੀਂ ਹੈ, ਜਾਂ ਕਹਿ ਲਓ ਕਿ ਜਿਹਨੂੰ ਕੋਈ ਬਹੁਤੀ ਸਮਝ ਨਹੀਂ ਹੈਗੀ, ਚਲਾਕੀ ਨਹੀਂ ਹੈਗੀ। ਕਹਿੰਦੀ ਉਹਨੇ ਕੀ ਕਹਿਣਾ, ਉਹ ਤਾਂ ਇੱਕ ਗਾਂ ਵਾਂਗੂ ਹੈ, ਉਹ ਤਾਂ ਡੰਬ ਹੈ ਪੂਰੀ। ਮੇ ਬੀ ਯੂ ਆਰ ਰਾਈਟ ਬਟਡ ਰਾਮ ਲਾਲ। ਜਿਹੜਾ ਰਾਮ ਲਾਲ ਹੈ ਉਹ ਫਿਰ ਮੂੰਹ 'ਚ ਕਹਿੰਦਾ ਕਿ ਹਾਂ ਤੂੰ ਵੀ ਠੀਕ ਹੈ। In the other corner of the courtyard, Boli lay awake on her cot, listening to her parents' whispered conversations. ਤੇ ਦੂਸਰੇ ਕੋਰਟਯਾਰਡ ਦੇ ਵਿੱਚ ਕਾਰਨਰ ਦੇ ਵਿੱਚ ਜਿਹੜੀ ਭੋਲੀ ਆ ਉਹ ਆਪਣੀ ਮੰਜੀ ਤੇ ਲੇਟੀ ਹੋਈ ਹੈ, ਜਾਗਦੀ ਪਈ ਹੈ ਤੇ ਆਪਣੇ ਪੇਰੈਂਟਸ ਦੀਆਂ ਗੱਲਾਂ ਨੂੰ ਸੁਣ ਰਹੀ ਹੈ। ਬਿਸ਼ੰਬਰਨਾਥ ਵਾਜ਼ ਅ ਵੈਲ ਟੂ ਡੂ ਗਰੋਸਰ। ਜਿਹੜਾ ਬਿਸ਼ੰਬਰਨਾਥ ਹੈ ਉਹ ਇੱਕ ਅਮੀਰ ਗਰੋਸਰ ਹੈ। ਗਰੋਸਰ ਜਿਵੇਂ ਬਾਣੀਏ ਹੁੰਦੇ ਨੇ, ਜਿਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹ ਇੱਕ ਅਮੀਰ ਗਰੋਸਰ ਹੈ। He came with a big party of friends and relations with him for the wedding. ਉਹ ਵੈਡਿੰਗ ਰੱਖ ਦਿੰਦੇ ਨੇ ਤੇ ਜਿਹੜਾ ਬਿਸ਼ੰਬਰਨਾਥ ਹੈ ਉਹ ਬਹੁਤ ਜੰਜ ਲੈ ਕੇ ਆਉਂਦਾ ਹੈ ਆਪਣੇ ਦੋਸਤਾਂ ਦੇ ਨਾਲ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ। A brass band playing a popular tune from an Indian film headed the procession. ਤੇ ਉਹਨਾਂ ਦੇ ਅੱਗੇ ਅੱਗੇ ਬੈਂਡ ਬਾਜਿਆਂ ਵਾਲੇ ਹੁੰਦੇ ਨੇ ਤੇ ਉਹ ਕਿਸੇ ਇੰਡੀਅਨ ਮੂਵੀ ਦਾ ਕੋਈ ਗਾਣੇ ਦੀ ਟਿਊਨ ਗਾ ਰਹੇ ਨੇ ਅੱਗੇ ਅੱਗੇ। ਵਿਦ ਦ ਬ੍ਰਾਈਡਗਰੂਮ ਰਾਈਡਿੰਗ ਅ ਡੈਕੋਰੇਟਡ ਹਾਰਸ। ਤੇ ਜਿਹੜਾ ਦੁੱਲਾ ਆ ਉਹਦੇ ਨਾਲ ਇੱਕ ਬੜਾ ਸੱਜਿਆ ਧੱਜਿਆ ਘੋੜਾ ਆ। ਬ੍ਰਾਈਡਗਰੂਮ ਜਿਹੜਾ ਦੁੱਲਾ ਜਿਹੜਾ ਉਹ ਘੋੜੇ ਤੇ ਬੈਠਾ ਹੋਇਆ। ਰਾਮ ਲਾਲ ਵਾਜ਼ ਓਵਰਜੋਇਡ ਟੂ ਸੀ ਸੱਚ ਪੌਂਪ ਐਂਡ ਸਪਲੈਂਡਰ। ਜਿਹੜਾ ਰਾਮ ਲਾਲ ਹੈ ਉਹ ਬਹੁਤ ਖੁਸ਼ ਹੋ ਜਾਂਦਾ ਹੈ ਦੇਖ ਕੇ। ਓਵਰਜੋਇਡ ਟੂ ਸੀ ਸੱਚ ਪੌਂਪ ਐਂਡ ਸਪਲੈਂਡਰ। ਜਿਹੜਾ ਰਾਮ ਲਾਲ ਹੈ ਉਹ ਬਹੁਤ ਖੁਸ਼ ਹੁੰਦਾ ਹੈ ਕਿ ਇੰਨੀ ਗੱਜ ਵੱਜ ਕੇ ਬਰਾਤ ਆਈ ਹੈ। He had never dreamt that his fourth daughter would have such a grand wedding. ਉਹਨੇ ਕਦੀ ਨਹੀਂ ਸੋਚਿਆ ਕਿ ਉਹਦੀ ਜਿਹੜੀ ਚੌਥੀ ਡਾਟਰ ਹੈ ਉਹਦਾ ਇੰਨਾ ਵਧੀਆ ਵਿਆਹ ਹੋਏਗਾ। Poli's elder sisters who had come for the occasion were envious of her luck. ਜਿਹੜੀਆਂ ਭੋਲੀ ਦੀਆਂ ਦੂਜੀਆਂ ਵੱਡੀਆਂ ਸਿਸਟਰਸ ਨੇ, ਭੈਣਾਂ ਨੇ, ਉਹ ਬੜਾ ਐਨਵੀਅਸ ਹੁੰਦਾ, ਉਹਨਾਂ ਨੂੰ ਬੜੀ ਜੈਲਸੀ ਹੁੰਦੀ ਹੈ ਆਪਣੀ ਭੈਣ ਦੀ ਕਿਸਮਤ ਤੇ। When the auspicious moment came, the priest said, "Bring the bride." ਜਦੋਂ ਟਾਈਮ ਆਉਂਦਾ ਹੈ ਤੇ ਜਿਹੜਾ ਪੰਡਿਤ ਹੈ ਉਹ ਕਹਿੰਦਾ ਹੈ ਕਿ ਦੁਲਹਨ ਨੂੰ ਲੈ ਕੇ ਆਓ। Holy clad in red silken bridal dress was led to the bride's place near the sacred fire. ਜਿਹੜੀ ਭੋਲੀ ਹੈ ਉਹ ਲਾਲ ਰੰਗ ਦੇ ਜਿਹੜੇ ਵਿਆਹ ਵਾਲੇ ਕੱਪੜੇ ਨੇ ਉਹਨਾਂ ਵਿੱਚ ਸੱਜੀ ਹੁੰਦੀ ਹੈ ਤੇ ਉਹਨੂੰ ਉਹਦੀ ਜਗ੍ਹਾ ਤੇ ਲਿਜਾਇਆ ਜਾਂਦਾ ਹੈ ਜਿੱਥੇ ਫੇਰਿਆਂ ਦੀ ਰਸਮ ਹੋਣੀ ਹੁੰਦੀ ਹੈ। Garland the bride, one of his friends prompted ਬਿਸ਼ੰਬਰਨਾਥ। ਬਿਸ਼ੰਬਰਨਾਥ ਦਾ ਇੱਕ ਦੋਸਤ ਕਹਿੰਦਾ ਹੈ ਕਿ ਉਹਨੂੰ ਵਰਮਾਲਾ ਪਾ। The bridegroom lifted the garland of yellow marigold. ਪੀਲੇ ਰੰਗ ਦੇ ਜਿਹੜੇ ਫੁੱਲਾਂ ਦਾ ਬਣਿਆ ਹੋਇਆ ਹਾਰ ਹੁੰਦਾ ਹੈ ਜਿਹੜਾ ਬ੍ਰਾਈਡਗਰੂਮ ਹੈ ਉਹ ਉੱਪਰ ਚੁੱਕਦਾ ਹੈ। A woman slipped back the silken veil from the bride's face. ਇੱਕ ਔਰਤ ਜਿਹੜੀ ਹੈ ਉਹ ਉਹਦੇ ਦੁਲਹਨ ਦੇ ਫੇਸ ਦੇ ਉੱਤੋਂ ਜਿਹੜਾ ਉਹਨਾਂ ਨੇ ਵੇਲ ਲਈ ਹੁੰਦੀ ਹੈ, ਜਿਹੜਾ ਘੁੰਡ ਕੱਢਿਆ ਹੁੰਦਾ ਹੈ, ਉਹ ਹਟਾ ਦਿੰਦੀ ਹੈ। ਬਿਸ਼ੰਬਰ ਲੁੱਕ ਅ ਕੁਇਕ ਗਲੈਂਸ। ਜਿਹੜਾ ਬਿਸ਼ੰਬਰ ਹੈ ਉਹ ਫਟਾਫਟ ਦੇਖ ਲੈਂਦਾ ਉਹਦਾ ਫੇਸ। The garland remained poised in his hands. ਤੇ ਉਹਦੇ ਹੱਥ ਦੇ ਵਿੱਚ ਉਹ ਹਾਰ ਫੜਿਆ ਰਹਿ ਜਾਂਦਾ ਹੈ। The bride slowly pulled down the veil over her face. ਤੇ ਜਿਹੜੀ ਭੋਲੀ ਹੈ ਉਹ ਹੌਲੀ ਜਿਹੀ ਆਪਣਾ ਜਿਹੜਾ ਘੁੰਡ ਹੈ ਫੜ ਕੇ ਨੀਚੇ ਕਰ ਲੈਂਦੀ ਹੈ, ਦੁਬਾਰਾ ਤੋਂ ਆਪਣੇ ਫੇਸ ਦੇ ਅੱਗੇ ਲੈ ਲੈਂਦੀ ਹੈ। Have you seen her? said ਬਿਸ਼ੰਬਰ to the friend next to him. ਜਿਹੜਾ ਬਿਸ਼ੰਬਰ ਹੈ ਉਹ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਕੀ ਤੂੰ ਦੇਖਿਆ ਉਹਨੂੰ? She has pock marks on her face. ਉਹ ਕਹਿੰਦਾ ਕਿ ਉਹਦੇ ਫੇਸ ਤੇ ਤਾਂ ਦਾਗ ਨੇ। So what? You are not young either. ਉਹਦਾ ਦੋਸਤ ਕਹਿੰਦਾ ਫਿਰ ਕੀ ਹੋਇਆ, ਤੂੰ ਕਿਹੜਾ ਜਵਾਨ ਆ। Maybe, but if I am to marry her, her father must give me 5,000 rupees. ਉਹ ਕਹਿੰਦਾ ਹਾਂ ਇਹ ਗੱਲ ਠੀਕ ਹੈ ਕਿ ਮੈਂ ਜਵਾਨ ਨਹੀਂ ਆ, ਪਰ ਜੇ ਮੈਂ ਇਹੋ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਹੈ ਤਾਂ ਉਹਦੇ ਫਾਦਰ ਨੂੰ ਮੈਨੂੰ 5,000 ਰੁਪਏ ਦੇਣੇ ਪੈਣਗੇ, ਮੈਨੂੰ ਫਿਰ ਦਾਜ ਵੀ ਚਾਹੀਦਾ ਹੈ। ਰਾਮ ਲਾਲ went and placed his turban, his honor at ਬਿਸ਼ੰਬਰ's feet. ਜਿਹੜਾ ਰਾਮ ਲਾਲ ਹੈ ਉਹ ਆਪਣੀ ਪੱਗ ਉਤਾਰਦਾ ਹੈ ਤੇ ਆਪਣੀ ਜਿਹੜੀ ਪੱਗ ਹੈ, ਆਪਣਾ ਔਨਰ ਹੈ, ਆਪਣੀ ਇੱਜ਼ਤ ਹੈ, ਉਹ ਬਿਸ਼ੰਬਰ ਦੇ ਪੈਰਾਂ ਤੇ ਰੱਖ ਦਿੰਦਾ ਹੈ। Do not humiliate me so. Take 2,000 rupees. ਤੇ ਰਾਮ ਲਾਲ ਉਹਨੂੰ ਕਹਿੰਦਾ ਹੈ ਕਿ ਮੈਨੂੰ ਸ਼ਰਮਿੰਦਿਆ ਨਾ ਕਰੋ, ਤੁਸੀਂ 2,000 ਰੁਪਇਆ ਲੈ ਲਓ। No, 5,000.
or we go back. Keep your daughter. Be a little considerate, please. If you go back, I can never show my face in the village. ਜਿਹੜਾ ਬਿਸ਼ੰਬਰ ਹੈ ਉਹ ਕਹਿੰਦਾ ਨਹੀਂ, ਮੈਨੂੰ ਤਾਂ 5000 ਹੀ ਚਾਹੀਦਾ ਹੈ, ਨਹੀਂ ਤਾਂ ਅਸੀਂ ਵਾਪਸ ਜਾ ਰਹੇ ਹਾਂ, ਆਪਣੀ ਕੁੜੀ ਰੱਖੋ। ਤੇ ਜਿਹੜਾ ਰਾਮ ਲਾਲ ਹੈ ਉਹ ਕਹਿੰਦਾ ਕਿ ਨਹੀਂ, ਪਲੀਜ਼ ਮੇਰੀ ਗੱਲ ਸੁਣੋ, ਤੁਸੀਂ ਵਾਪਸ ਇੱਦਾਂ ਨਾ ਜਾਓ। ਜੇ ਤੁਸੀਂ ਇੱਦਾਂ ਕੀਤਾ ਤਾਂ ਮੈਂ ਮੇਰੇ ਪੂਰੇ ਪਿੰਡ 'ਚ ਮੂੰਹ ਨਹੀਂ ਦਿਖਾਉਣ ਜੋਗਾ ਰਹਿਣਾ। ਦੈਨ ਆਊਟ ਵਿਦ 5000। ਕਹਿੰਦਾ ਫਿਰ 5000 ਲੈ ਕੇ ਆਓ। Tears streaming down his face, Ramlal went in, opened the safe, and counted out the notes. He placed the bundle at the bridegroom's face. ਉਹ ਰਾਮਲਾਲ ਜਿਹੜਾ ਆ ਰੋਂਦਾ ਰੋਂਦਾ ਅੰਦਰ ਜਾਂਦਾ ਹੈ, ਆਪਣੀ ਤਿਜੋਰੀ ਖੋਲਦਾ ਹੈ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਆਉਂਦਾ ਹੈ ਤੇ ਲਿਆ ਕੇ ਜਿਹੜਾ ਦੁੱਲਾ ਹੈ ਉਹਦੇ ਪੈਰਾਂ ਤੇ ਰੱਖ ਦਿੰਦਾ ਹੈ। On Bishambar's greedy face appeared a triumphant smile. ਜਿਹੜਾ ਬਿਸ਼ੰਬਰ ਆ, ਜਿਹੜਾ ਕਿ ਬਹੁਤ ਹੀ ਲਾਲਚੀ ਹੈ, ਉਹਦੇ ਫੇਸ ਦੇ ਉੱਤੇ ਇੱਕ ਸਮਾਈਲ ਆਉਂਦੀ ਹੈ, ਇੱਕ ਜਿੱਤ ਵਾਲੀ ਸਮਾਈਲ ਦਿਖਦੀ ਹੈ। He had gambled and won. Give me the garland, he announced. ਉਹਨੇ ਇੱਕ ਗੇਮ ਖੇਡੀ ਪੈਸੇ ਮੰਗਣ ਦੀ ਤੇ ਉਹਦੇ 'ਚ ਉਹ ਜਿੱਤ ਗਿਆ। ਫਿਰ ਉਹ ਕਹਿੰਦਾ ਹੈ ਕਿ ਲਿਆਓ ਹਾਰ ਲਿਆਓ, ਮੈਂ ਪਾਵਾਂ। Once again the veil was slipped back from the bride's face. ਫਿਰ ਤੋਂ ਜਿਹੜੀ ਬ੍ਰਾਈਡ ਹੈ, ਬੋਲੀ ਹੈ, ਉਹਦੇ ਫੇਸ ਦੇ ਉੱਤੋਂ ਜਿਹੜੀ ਉਹਦਾ ਘੁੰਡ ਹੈ ਉਹ ਸਲਿਪ ਹੋ ਜਾਂਦਾ ਹੈ। But this time her eyes were not downcast. ਪਰ ਇਸ ਵਾਰ ਉਹਦੀਆਂ ਅੱਖਾਂ ਜਿਹੜੀਆਂ ਉਹ ਝੁਕੀਆਂ ਹੋਈਆਂ ਨਹੀਂ ਸਨ। She was looking up, looking straight at her prospective husband, and in her eyes there was neither anger nor hate, only cold contempt. ਇਸ ਵਾਰ ਉਹਦੀਆਂ ਅੱਖਾਂ ਝੁਕੀਆਂ ਹੋਈਆਂ ਨਹੀਂ ਸੀ, ਉਹ ਸਿੱਧਾ ਆਪਣੇ ਜਿਹੜਾ ਹੋਣ ਵਾਲਾ ਹਸਬੈਂਡ ਉਹਦੇ ਵੱਲ ਦੇਖ ਰਹੀ ਸੀ ਤੇ ਉਹਦੀਆਂ ਅੱਖਾਂ 'ਚ ਨਾ ਹੀ ਕੋਈ ਐਂਗਰ ਸੀ ਤੇ ਨਾ ਹੀ ਕੋਈ ਹੇਟ ਸੀ, ਪਰ ਉਹ ਉਹਨੂੰ ਜਿਵੇਂ ਕੁਝ ਕਹਿਣਾ ਚਾਹ ਰਹੀ ਹੈ। Bishambar raised the garland to place it around the bride's neck, but before he could do so, Boli's hand struck out like a streak of lightning, and the garland was flung into the fire. ਬਿਸ਼ੰਬਰ ਹਾਰ ਉਹਦੇ ਗਲੇ 'ਚ ਪਾਉਣ ਹੀ ਲੱਗਦਾ ਹੈ ਕਿ ਇੱਕਦਮ ਬੋਲੀ ਦਾ ਜਿਹੜਾ ਹੱਥ ਹੈ ਉਹ ਇੱਕ ਬਿਜਲੀ ਦੀ ਤਰ੍ਹਾਂ ਆਉਂਦਾ ਹੈ ਤੇ ਜਿਹੜਾ ਹਾਰ ਹੈ ਉਹ ਜਾ ਕੇ ਅੱਗ 'ਚ ਡਿੱਗ ਜਾਂਦਾ ਹੈ। She got up and threw away the veil. ਉਹ ਉੱਠਦੀ ਹੈ ਤੇ ਆਪਣਾ ਜਿਹੜਾ ਘੁੰਡ ਹੈ ਲਾ ਕੇ ਸੁੱਟ ਦਿੰਦੀ ਹੈ। ਪਿਤਾ ਜੀ, ਟੇਕ ਬੈਕ ਯੋਰ ਮਨੀ, ਆਈ ਐਮ ਨਾਟ ਗੋਇੰਗ ਟੂ ਮੈਰੀ ਦਿਸ ਮੈਨ। ਉਹ ਆਪਣੇ ਫਾਦਰ ਨੂੰ ਕਹਿੰਦੀ ਹੈ ਕਿ ਪੈਸੇ ਵਾਪਸ ਲੈ ਲਓ, ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਰਾਮਲਾਲ ਵਾਸ ਥੰਡਰਸਟ੍ਰਕ। ਰਾਮਲਾਲ ਤੇ ਜਿਵੇਂ ਬਿਜਲੀ ਡਿੱਗ ਜਾਂਦੀ ਹੈ। The guests began to whisper, so shameless, so ugly and so shameless. ਤੇ ਜਿਹੜੇ ਗੈਸਟ ਆਏ ਹੁੰਦੇ ਨੇ ਉਹ ਸਾਰੇ ਕਹਿਣ ਲੱਗ ਜਾਂਦੇ ਨੇ ਕਿ ਇਹ ਕਿੰਨੀ ਸ਼ੇਮਲੈਸ ਆ, ਇਹਨੂੰ ਕੋਈ ਸ਼ਰਮ ਨਹੀਂ ਹੈਗੀ, ਇਹ ਕਿੰਨੀ ਬਦਸੂਰਤ ਤੇ ਬੇਸ਼ਰਮ ਆ। ਬੋਲੀ, ਆਰ ਯੂ ਕ੍ਰੇਜ਼ੀ, ਸ਼ਾਊਟਡ ਰਾਮਲਾਲ। ਰਾਮਲਾਲ ਕਹਿੰਦਾ ਹੈ, ਪਾਗਲ ਹੋ ਗਈ ਹੈ ਤੂੰ? ਯੂ ਵਾਂਟ ਟੂ ਡਿਸਗ੍ਰੇਸ ਯੂਰ ਫੈਮਿਲੀ, ਹੈਵ ਸਮ ਰਿਗਾਰਡ ਫॉर ਆਵਰ ਇੱਜ਼ਤ। ਰਾਮਲਾਲ ਕਹਿੰਦਾ ਹੈ ਕਿ ਤੂੰ ਪਾਗਲ ਹੋ ਗਈ ਹੈ, ਤੈਨੂੰ ਸਾਡੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੈਗੀ। For the sake of your ਇੱਜ਼ਤ, said Boli, I was willing to marry this lame old man. ਉਹ ਕਹਿੰਦੀ, ਪਿਤਾ ਜੀ, ਮੈਂ ਤੁਹਾਡੀ ਇੱਜ਼ਤ ਦਾ ਕਰਕੇ ਹੀ ਇਸ ਬੰਦੇ ਨਾਲ ਵਿਆਹ ਕਰਾਉਣ ਲੱਗੀ ਸੀ, ਇਸ ਬੁੱਢੇ ਬੰਦੇ ਨਾਲ, but I will not have such a mean, greedy and contemptible coward as my husband. I won't. ਕਹਿੰਦੀ ਪਰ ਮੈਂ ਇਦਾਂ ਦਾ ਲਾਲਚੀ ਬੰਦਾ ਜਿਹੜਾ ਆ ਤੇ ਇਦਾਂ ਦਾ ਮੀਨ ਬੰਦਾ ਆ, ਜਿਹੜਾ ਇੱਕ ਕਾਵਰਡ ਆ, ਕਾਵਰਡ ਹੁੰਦਾ ਹੈ ਜਿਹਦੇ 'ਚ ਕੋਈ ਕਰੇਜ ਨਹੀਂ ਹੈ, ਇਹੋ ਜਿਹਾ ਕਹਿੰਦੀ ਮੈਂ ਆਪਣਾ ਹਸਬੈਂਡ ਨਹੀਂ ਲੈ ਸਕਦੀ, ਮੈਂ ਬਿਲਕੁਲ ਨਹੀਂ ਲੈ ਸਕਦੀ। ਵਟ ਅ ਸ਼ੇਮਲੈਸ ਗਰਲ, ਵੀ ਆਲ ਥੌਟ ਸ਼ੀ ਵਾਜ਼ ਅ ਹਾਰਮਲੈਸ ਡਮ ਕਾਓ। ਫਿਰ ਇੱਕ ਔਰਤ ਕਹਿੰਦੀ ਹੈ ਕਰਾਊਡ ਦੇ ਵਿੱਚੋਂ ਕਿ ਇਹ ਕਿੰਨੀ ਬੇਸ਼ਰਮ ਕੁੜੀ ਆ, ਅਸੀਂ ਤਾਂ ਸੋਚਿਆ ਸੀ ਕਿ ਇਹ ਬੜੀ ਭੋਲੀ ਭਾਲੀ ਹੈ। ਬੋਲੀ ਟਰਨਡ ਵਾਇਲੈਂਟਲੀ ਔਨ ਦ ਵੂਮਨ, ਓਲਡ ਵੂਮਨ। ਜਿਹੜੀ ਭੋਲੀ ਹੈ ਉਹ ਇੱਕਦਮ ਬੜੇ ਗੁੱਸੇ ਨਾਲ ਬੁੱਢੀ ਔਰਤ ਨੂੰ ਕਹਿੰਦੀ ਹੈ, ਯੈਸ ਆਂਟੀ, ਯੂ ਆਰ ਰਾਈਟ, ਯੂ ਆਲ ਥੌਟ ਆਈ ਵਾਜ਼ ਅ ਡਮ ਡਰਿਵਨ ਕਾਓ। ਕਹਿੰਦੀ ਹਾਂ ਆਂਟੀ, ਤੁਸੀਂ ਸਹੀ ਸੋਚਿਆ ਸੀ, ਤੁਹਾਨੂੰ ਲੱਗਦਾ ਸੀ ਕਿ ਮੈਂ ਇੱਕ ਭੋਲੀ ਭਾਲੀ ਗਾਂ ਦੀ ਤਰ੍ਹਾਂ ਆ। ਦੈਟਸ ਵਾਈ ਯੂ ਵਾਂਟਡ ਟੂ ਹੈਂਡ ਮੀ ਓਵਰ ਟੂ ਦਿਸ ਹਾਰਟਲੈਸ ਕ੍ਰੀਏਚਰ। ਕਹਿੰਦੀ ਇਸੇ ਕਰਕੇ ਤੁਸੀਂ ਮੈਨੂੰ ਇਹ ਜਿਹੜਾ ਬੇਦਿਲ ਇਨਸਾਨ ਆ ਇਹਨੂੰ ਮੈਨੂੰ ਸੌਂਪਣ ਲੱਗੇ ਸੀ। ਬਟ ਨਾਓ ਦ ਡਮ ਕਾਓ, ਦ ਸਟੈਮਰਿੰਗ ਫੂਲ ਇਜ਼ ਸਪੀਕਿੰਗ, ਡੂ ਯੂ ਵਾਂਟ ਟੂ ਹੀਅਰ ਮੋਰ। ਉਹ ਕਹਿੰਦੇ ਜਿਹਨੂੰ ਤੁਸੀਂ ਭੋਲੀ ਗਾਂ ਸਮਝਦੇ ਸੀ, ਜਿਹਨੂੰ ਤੁਸੀਂ ਫੂਲ ਸਮਝਦੇ ਸੀ ਕਿ ਪਾਗਲ ਆਏ ਤਾਂ ਅਟਕਦੀ ਹੈ, ਉਹ ਹੁਣ ਬੋਲਣ ਲੱਗ ਪਈ ਹੈ, ਕੀ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ। ਬਿਸ਼ੰਬਰਨਾਥ ਦਾ ਗਰੋਸਰ ਸਟਾਰਟਡ ਟੂ ਗੋ ਬੈਕ ਵਿਦ ਹਿਸ ਪਾਰਟੀ। ਜਿਹੜਾ ਬਿਸ਼ੰਬਰਨਾਥ ਹੈ ਉਹ ਵਾਪਸ ਜਾਣ ਲੱਗਦਾ ਹੈ। ਦ ਕਨਫਿਊਜ਼ਡ bandsman thought this was the end of the ceremony and struck up a closing song.
ਜਿਹੜਾ ਬੈਂਡਸਮੈਨ ਹੈ, ਜਿਹੜਾ ਬੈਂਡ ਵਜਾ ਰਿਹਾ ਸੀ, ਉਹ ਕਨਫਿਊਜ਼ ਹੋ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਸ਼ਾਇਦ ਐਂਡ ਆਫ ਸੈਰੇਮਨੀ ਹੈ ਤੇ ਉਹ ਕਲੋਜ਼ਿੰਗ ਸੌਂਗ ਵਜਾਉਣ ਲੱਗ ਜਾਂਦਾ ਹੈ, ਜਿਹੜਾ ਡੋਲੀ ਵਾਲੇ ਟਿਊਨ ਹੈ ਉਹ ਵਜਾਉਣ ਲੱਗ ਜਾਂਦਾ ਹੈ। ਰਾਮਲਾਲ ਸਟੂਡ ਰੂਟਡ ਟੂ ਦ ਗਰਾਊਂਡ, ਹਿਸ ਹੈਡ ਬੋਡ ਲੋ ਵਿਦ ਦ ਵੇਟ ਆਫ ਗ੍ਰੀਫ ਐਂਡ ਸ਼ੇਮ। ਜਿਹੜਾ ਰਾਮ ਲਾਲ ਹੈ ਉੱਥੇ ਦੇ ਉੱਥੇ ਖੜੇ ਰਹਿ ਜਾਂਦਾ ਹੈ ਤੇ ਉਹਦਾ ਸਿਰ ਹਜੇ ਵੀ ਝੁਕਿਆ ਹੋਇਆ ਹੁੰਦਾ ਹੈ, ਦੁੱਖ ਦੇ ਨਾਲ ਤੇ ਸ਼ਰਮ ਦੇ ਨਾਲ। The flames of the sacred fire slowly died down. Everyone was gone. Ramlal turned to Boli and said, "What about you? No one will marry you now. What shall we do with you?" ਜਿਹੜੀ ਸੇਕਰੇਡ ਫਾਇਰ ਹੁੰਦੀ ਹੈ ਜਿਹਦੇ ਦੁਆਲੇ ਫੇਰੇ ਲੈਣੇ ਸੀ, ਉਹ ਹੌਲੀ ਹੌਲੀ ਖਤਮ ਹੋ ਜਾਂਦੀ ਹੈ, ਸਾਰੇ ਜਾਣੇ ਚਲੇ ਜਾਂਦੇ ਨੇ। ਜਿਹੜਾ ਰਾਮ ਲਾਲ ਹੈ ਭੋਲੀ ਕੋਲ ਜਾ ਕੇ ਕਹਿੰਦਾ ਹੈ ਕਿ ਹੁਣ ਤੇਰਾ ਕੀ ਬਣੇਗਾ, ਹੁਣ ਤੇਰੇ ਨਾਲ ਕੋਈ ਵਿਆਹ ਨਹੀਂ ਕਰਾਏਗਾ, ਅਸੀਂ ਕੀ ਕਰਾਂਗੇ। ਐਂਡ ਸੁਲੇਖਾ said in voice that was calm and steady. ਸੁਲੇਖਾ ਭੋਲੀ ਦਾ ਅਸਲੀ ਨਾਮ। ਜਿਹੜੀ ਸੁਲੇਖਾ ਹੈ ਉਹ ਕਹਿੰਦੀ ਹੈ, ਬੜੇ ਆਰਾਮ ਨਾਲ ਕਹਿੰਦੀ ਹੈ, ਡੋਂਟ ਯੂ ਵਰੀ ਪਿਤਾ ਜੀ, ਇਨ ਯੋਰ ਓਲਡ ਏਜ ਆਈ ਵਿਲ ਸਰਵ ਯੂ ਐਂਡ ਮਦਰ ਐਂਡ ਆਈ ਵਿਲ ਟੀਚ ਇਨ ਦ ਸੇਮ ਸਕੂਲ ਵੇਅਰ ਆਈ ਲਰਨ ਸੋ ਮਚ, ਇਜ਼ਨਟ ਦੈਟ ਰਾਈਟ ਮੈਮ। ਉਹ ਕਹਿੰਦੀ ਹੈ ਕਿ ਪਿਤਾ ਜੀ ਤੁਸੀਂ ਫਿਕਰ ਨਾ ਕਰੋ, ਤੁਹਾਡੇ ਬੁੱਢੇ ਵੇਲੇ 'ਚ ਮੈਂ ਤੁਹਾਡਾ ਸਹਾਰਾ ਬਣੂੰਗੀ, ਮੈਂ ਤੁਹਾਨੂੰ ਤੇ ਮਾਂ ਦੀ ਸੇਵਾ ਕਰੂੰਗੀ, ਮੈਂ ਆਪਣੇ ਪਿੰਡ ਵਾਲੇ ਸਕੂਲ 'ਚ ਪੜ੍ਹਾਉਂਗੀ ਜਿੱਥੇ ਮੈਂ ਇੰਨਾ ਕੁਝ ਸਿੱਖਿਆ। ਉਹ ਆਪਣੀ ਮੈਮ ਵੱਲ ਵੇਖਦੀ ਹੈ ਤੇ ਕਹਿੰਦੀ ਹੈ ਨਾ ਮੈਮ। ਦ ਟੀਚਰ ਹੈਡ ਆਲ ਅਲੋਂਗ ਸਟੂਡ ਇਨ ਅ ਕਾਰਨਰ ਵਾਚਿੰਗ ਦ ਡਰਾਮਾ। ਜਿਹੜੀ ਉਹਦੀ ਟੀਚਰ ਸੀਗੀ ਸਾਰਾ ਟਾਈਮ ਉਹ ਉੱਥੇ ਹੀ ਖੜੀ ਸੀ ਕਾਰਨਰ ਦੇ ਵਿੱਚ ਤੇ ਸਾਰਾ ਡਰਾਮਾ ਦੇਖ ਰਹੀ ਸੀ। ਯੈਸ ਬੋਲੀ, ਆਫ ਕੋਰਸ, ਸ਼ੀ ਰਿਪਲਾਈਡ। ਉਹ ਕਹਿੰਦੀ ਹੈ ਕਿ ਹਾਂ ਹਾਂ ਬਿਲਕੁਲ। ਐਂਡ ਇਨ ਹਰ ਸਮਾਈਲਿੰਗ ਆਈਜ਼ ਵਾਜ਼ ਦ ਲਾਈਟ ਆਫ ਅ ਡੀਪ ਸੈਟਿਸਫੈਕਸ਼ਨ ਦੈਟ ਐਨ ਆਰਟਿਸਟ ਫੀਲਸ ਵੈਨ ਹੀ ਕੰਟੈਂਪਲੇਟਸ ਦ ਕੰਪਲੀਸ਼ਨ ਆਫ ਹਿਸ ਮਾਸਟਰਪੀਸ। ਤੇ ਉਹਦੀਆਂ ਅੱਖਾਂ ਦੇ ਵਿੱਚ ਇੱਕ ਸਮਾਈਲ ਹੁੰਦੀ ਹੈ ਤੇ ਉਹ ਸੈਟਿਸਫੈਕਸ਼ਨ ਹੁੰਦੀ ਹੈ ਜਿਹੜੀ ਕਿ ਇੱਕ ਆਰਟਿਸਟ ਨੂੰ ਆਉਂਦੀ ਹੈ ਜਦੋਂ ਉਹ ਆਪਣੀ ਕੋਈ ਪੇਂਟਿੰਗ ਨੂੰ ਜਾਂ ਆਪਣੇ ਕਿਸੇ ਮਾਸਟਰਪੀਸ ਨੂੰ ਕੰਪਲੀਟ ਕਰ ਲੈਂਦਾ। ਸੋ ਇਹਦੇ ਨਾਲ ਹੀ ਇਸ ਕਹਾਣੀ ਦਾ ਅੰਤ ਹੁੰਦਾ ਹੈ। ਸੋ ਆਈ ਹੋਪ ਕਿ ਤੁਹਾਨੂੰ ਸਮਝ ਆਈ ਹੋਏਗੀ ਤੇ ਜੇ ਕੋਈ ਚੀਜ਼ ਨਹੀਂ ਸਮਝ ਆਈ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਇਫ ਯੂ ਅੰਡਰਸਟੂਡ ਐਵਰੀਥਿੰਗ ਦੈਨ ਲਾਈਕ ਦ ਵੀਡੀਓ, subscribe and share it with your other classmates and friends. Thank you so much.